ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਰੂਪ ਗੁਰੂ ਖਾਲਸਾ ਸਾਧ ਸੰਗਤ ਜੀ, ਆਪਾਂ ਜਿੰਨੇ ਵੀ ਮਾਈ ਭਾਈ ਬੈਠੇ ਆ, ਆਪਾਂ ਗੁਰੂ ਗ੍ਰੰਥ ਸੱਚੇ ਪਾਤਸ਼ਾਹ ਦੇ ਸਿੱਖ ਹਾਂ। ਅਸੀਂ ਕਿਸੇ ਬੰਦੇ ਦੇ ਸਿੱਖ ਨਹੀਂ। ਬੰਦੇ ਦੀ ਗੱਲ ਚੰਗੀ ਲੱਗੇ ਮੰਨ ਲਓ, ਨਾ ਚੰਗੀ ਲੱਗੇ ਨਾ ਮੰਨੋ, ਲੇਕਿਨ ਗੁਰੂ ਦੀ ਗੱਲ ਨੂੰ ਮੰਨਣਾ ਗੁਰਸਿੱਖ ਦਾ ਫਰਜ਼ ਹੈ। ਅਸੀਂ 4 ਪੌੜੀਆਂ ਰੋਜ਼ਾਨਾ ਜਪਜੀ ਸਾਹਿਬ ਦੀ ਪਾਵਨ ਬਾਣੀ ਚ ਪੜ੍ਹਦੇ ਹਾਂ। ਮੰਨਣ ਦੀ ਕਿੰਨੀ ਮਹਾਨਤਾ ਹੈ। ਮੰਨੇ ਕੀ ਗਤ ਕਹੀ ਨਾ ਜਾਏ, ਜੇ ਕੋ ਕਹੇ ਪਿਛੇ ਪਛਤਾਏ। ਦੂਜੀ ਪੌੜੀ ਹੈ ਮੰਨੇ ਸੁਰਤ ਹੋਵੇ ਮਨ ਬੁੱਧ, ਮੰਨੇ ਸਗਲ ਭਵਨ ਕੀ ਸੁਧ। ਤੀਜੀ ਮੰਨੇ ਮਾਰਗ ਠਾਕ ਨਾ ਪਾਏ, ਮੰਨੇ ਪਲਸੋਂ ਪ੍ਰਗਟ ਜਾਏ। ਤੇ ਚੌਥੀ ਪੌੜੀ ਹੈ ਮੰਨੇ ਪਾਵੇ ਮੋਖ ਦਵਾਰ, ਮੰਨੇ ਪਰਵਾਰੇ ਸੁਧਾਰ। ਮੰਨੇ ਤਰੇ ਤਾਰੇ ਗੁਰਸਿੱਖ, ਮੰਨੇ ਨਾਨਕ ਭਵੇ ਨਾ ਭਿਖ। ਐਸਾ ਨਾਮ ਰੰਜਨ ਹੋਏ ਜੇ ਕੋ ਮਨ ਜਾਣੇ ਮਨ ਕੋਏ। ਅਸੀਂ 4 ਪੌੜੀਆਂ ਮੰਨਣ ਦੀਆਂ ਮੰਨਦੇ ਹਾਂ। ਨਾਲ ਮੈਂ ਬੇਨਤੀ ਕੀਤੀ ਵੀ ਆਪਾਂ ਗੁਰੂ ਦੀ ਗੱਲ ਮੰਨਣੀ, ਕਿਸੇ ਵਿਅਕਤੀ ਦੀ ਨਹੀਂ। ਗੁਰੂ ਗ੍ਰੰਥ ਸੱਚੇ ਪਾਤਸ਼ਾਹ ਸਾਨੂੰ ਕਹਿੰਦੇ, ਜਿੱਥੇ ਬੈਸਣ ਸਾਧ ਜਨ ਸੋ ਥਾਨ ਸੁਹਾਂਦਾ, ਉਹ ਸੇਵਨ ਸਾਈਂ ਆਪਣਾ ਬਿਨਸੇ ਸਭ ਬੰਦਾ। ਜਿੱਥੇ ਰੱਬ ਦੇ ਪਿਆਰੇ ਬਹਿੰਦੇ ਨੇ ਨਾ, ਉਹ ਥਾਂ ਸੋਭਾ ਵਾਲਾ ਬਣ ਜਾਂਦਾ ਹੈ। ਔਰ ਉਹ ਮਾਲਕ ਨੂੰ ਚੇਤੇ ਕਰਦੇ ਤੇ ਉਹਨਾਂ ਦੀ ਸੰਗਤ ਕਰਕੇ, ਜਿਹੜੇ ਉਹਨਾਂ ਦੇ ਸੰਸਕਾਰੀ ਨੇ, ਜਿਹੜੇ ਉਹਨਾਂ ਦੀ ਸੰਗਤ ਕਰਕੇ ਉਹਨਾਂ ਦੇ ਅੰਦਰੋਂ ਮਨ ਦੇ ਖਿਆਲ ਚਲੇ ਜਾਂਦੇ ਹਨ। ਫਿਰ ਆਮ ਕਰਕੇ ਜਿਵੇਂ ਟ੍ਰੈਂਡ ਹੈ, ਮੈਂ ਆਮ ਮੰਜੀ ਸਾਹਿਬ ਤੋਂ ਨੁਕਤਾ ਸਾਂਝਾ ਕਰਦਾ ਰਹਿਣਾ ਹੈ। ਕੋਈ ਬਾਬਾ ਲਾਚੀਆਂ ਦਿੱਤੀ ਜਾਂਦਾ ਹੈ, ਕੋਈ ਤਾਗੇ ਦਿੱਤੀ ਜਾਂਦਾ ਹੈ, ਕੋਈ ਫੂਕਾਂ ਮਾਰੀ ਜਾਂਦਾ ਹੈ। ਲੇਕਿਨ ਗੁਰੂ ਗ੍ਰੰਥ ਸੱਚੇ ਪਾਤਸ਼ਾਹ ਨੇ ਸੰਤ ਨੂੰ ਇੰਨਾ ਮਹਾਨ ਲਿਖਿਆ ਹੈ, ਕਹਿੰਦੇ ਸਾਧ ਕੇ ਸੰਗ ਨਹੀਂ ਕਛ ਘਾਲ, ਦਰਸ਼ਨ ਭੇਟਤ ਹੋਤ ਨਿਹਾਲ। ਕਹਿੰਦੇ ਸੰਤ ਕੋਲ ਜਾਣ ਕਰਕੇ ਨਹੀਂ ਵੀ ਤੁਹਾਨੂੰ ਕੋਈ ਘਲਣੀ ਪਏਗੀ, ਉਹਦੇ ਦਰਸ਼ਨ ਕਰਨ ਦੇ ਨਾਲ ਹੀ ਤੁਹਾਡੇ ਸੰਸਕਾਰ, ਤੁਹਾਡੇ ਦੁੱਖ ਤੇ ਤਕਲੀਫਾਂ ਕੱਟੀਆਂ ਜਾਣਗੀਆਂ। ਆਪਾਂ ਜਿੰਨੇ ਵੀ ਮਾਈ ਭਾਈ ਬੈਠੇ ਆ, ਆਪਾਂ ਦੁਨਿਆਵੀ ਨਿਯਮਾਂ ਦੇ ਮੁਤਾਬਕ ਸੰਬੰਧਾਂ ਕਰਕੇ ਸੰਤ ਬਾਬਾ ਜਰਨੈਲ ਸਿੰਘ, ਸੰਤ ਬਾਬਾ ਕਰਤਾਰ ਸਿੰਘ ਦਰਸ਼ਨ ਕੀਤੇ ਨੇ। ਮੈਂ ਉਹਨਾਂ ਦੇ ਜੀਵਨ ਦੀਆਂ 2 ਘਟਨਾਵਾਂ ਸਾਂਝੀਆਂ ਕਰਕੇ ਅੱਗੇ ਸੰਤ ਦੀ ਵਿਆਖਿਆ ਕਰਾਂਗੇ ਕਿ ਉਹ ਸੰਤ ਕਰਤਾਰ ਸਿੰਘ ਵੀ ਸੰਤ ਸਨ, ਬਾਬਾ ਜਰਨੈਲ ਸਿੰਘ ਵੀ ਸੰਤ ਸਨ। ਅਸੀਂ ਮੁਕਤਸਰ ਸਾਹਿਬ ਗਏ। ਤਗਾਣਾ ਪਿੰਡ ਹੈ ਮੁਕਤਸਰ ਦੇ ਲਾਗੇ। ਉੱਥੇ 3 ਪਿੰਡ ਨੇ, 3 ਭਰਾਵਾਂ ਦੇ ਨਾਂ ਤੇ, ਖਦਰਾਣਾ, ਰੁਪਾਣਾ ਤੇ ਤੰਗਾਣਾ। ਜਿਵੇਂ ਆਪਾਂ ਭਰਾ ਜ਼ਮੀਨ ਦੀ ਵੰਡ ਕਰਦੇ ਆ, ਉਹ ਜ਼ਮਾਨੇ 'ਚ ਅੱਜ ਕੱਲ੍ਹ ਵਾਕੂ ਨਾ ਖੂਹ ਸਨ, ਬੰਬੀਆਂ ਸਨ। ਉਹਨਾਂ 3 ਭਰਾਵਾਂ ਨੇ ਆਪਣੀ ਢਾਬਾਂ ਦੇ ਮੁਤਾਬਕ ਆਪਣੀ ਜਾਇਦਾਦ ਵੰਡ ਲਈ। ਜਿਹੜਾ ਮੁਕਤਸਰ ਸਾਹਿਬ ਇਹ ਖਦਰਾਣੇ ਦੀ ਢਾਬ ਹੈ, ਨਾਲ ਹੀ ਰੁਪਾਣਾ ਤੇ ਨਾਲ ਹੀ ਤੰਗਾਣਾ ਹੈ। ਤੰਗਾਣੇ ਦਾ ਗੱਭਰੂ, ਜਿਹੜੇ ਮੈਂ ਬੇਨਤੀ ਕਰ ਰਿਹਾ, ਮੈਂ 2 ਘਟਨਾਵਾਂ ਇਹਨਾਂ ਅੱਖਾਂ ਨਾਲ ਵੇਖੀਆਂ ਨੇ ਵੀ ਸੰਤ ਵਿੱਚ ਕਿੰਨੀ ਤਾਕਤ ਹੈ। ਮੁਕਤਸਰ ਸਾਹਿਬ ਰਾਤ ਦਾ ਟਾਈਮ, ਸੰਤ ਬਾਬਾ ਕਰਤਾਰ ਸਿੰਘ ਹੋਰਾਂ ਨੇ ਕਥਾ ਕੀਤੀ। ਇੱਕ ਅਤ ਸੋਹਣਾ ਗੱਭਰੂ ਸੰਤ ਬਾਬਾ ਕਰਤਾਰ ਸਿੰਘ ਦੇ ਕੋਲ ਆਇਆ। ਮੈਂ ਉਹਨਾਂ ਦੇ ਕੋਲ ਬੈਠਾ ਸਾਂ। ਉਹਨੂੰ ਰੰਗ ਰੂਪ ਬੜਾ ਸੋਹਣਾ ਦਿੱਤਾ ਰੱਬ ਨੇ, ਪਰ ਕਰਤੂਤਾਂ ਉਹਦੀਆਂ ਕਾਲੀਆਂ। ਕੀ ਨਸਵਾਰ ਲੈਂਦਾ ਸੀ, ਉਹ ਬੀੜਾ ਲਾਉਂਦਾ ਸੀ। ਮੈਂ ਜੋ ਬਾਰ-ਬਾਰ ਕਹਿੰਦਾ ਫੱਬਦਾ ਨਹੀਂ, ਇਹ ਮੈਂ ਸਾਰਾ ਕੁਝ ਇਹਨਾਂ ਅੱਖਾਂ ਨਾਲ ਵੇਖਿਆ ਵੀ ਸੰਤ ਬੰਦੇ ਦੀ ਤਕਦੀਰ ਕਿਵੇਂ ਬਦਲ ਦਿੰਦਾ ਹੈ। ਉਹ ਦਲਬੀਰ ਸਿੰਘ ਨਾਮ ਦਾ ਬੰਦਾ ਆਇਆ, ਸੰਤਾਂ ਨੇ ਕਥਾ ਕੀਤੀ। ਉਹਦੇ ਕੋਲ ਅੱਧਾ ਕਿਲੋ ਫੀਮ ਸੀ ਤੇ ਨਾਲ ਦੇਸੀ ਪਿਸਤੌਲ। ਇਹੋ ਜਿਹਾ ਮਨ ਤੇ ਅਸਰ ਹੋਇਆ, ਉਹ ਕਹਿਣ ਨਾਲ ਦੇ ਨੂੰ ਕਹਿਣ ਲੱਗਾ ਵੀ ਮਿੱਤਰਾ, ਆਹ ਲੈ ਫੀਮ ਤੇ ਆਹ ਲੈ ਪਿਸਤੌਲ, ਤੇਰਾ ਮੇਰਾ ਸੰਬੰਧ ਖਤਮ।
कमरे च आ गया। संत बाबा करतार सिंह नूं कहण लगा जी मैनूं अपने नाल ला लो। संत बाबा जी कहण लगे गुरमुखा असीं सवेरे गंगा नगर जाना है, उत्थे आ जी। साडे जाण तो पहलां वो गभरू लैलपुरियां दे बाग गंगा नगर पहुंचे आया सी। पंजां प्यारिਆਂ ਦੇ ਰਾਹੀਂ ਉਹਨੇ गुरु का अमृत छकिया। नसवार भी गई, बीड़ा भी गया, माड़ियां आदतां भी गईयां और उस गुरमुख प्यारे नूं सरोवर दे विच सारी रात वो जपजी साहब का पाठ करदा रहिंदा। कल सिगरट तंबाकू की वरतों करने वाला सी। ये वो बंदा जिन्हें लाले जगत नैण नूं गड्डी चढ़ाया। मैं उस दलबीर सिंह की गल की, उसकी इन्नी कायाकल्प हो गई। हारफक का पिंड है मखू के एरिए च। दोपहर का टाइम संत बाबा जरनैल सिंह के नाल असीं सिंह को 10-12 बहुत गभरू जवान संत बाबा जरनैल सिंह नूं आपां सारे ने लागे तकिया। वो अपने सन संतां नूं घेर के उन्हें पड़ ते थापी मारी। उन्हें ये परवाह नहीं की 12-13 सिंह ने सामने होके थापी मार के कहने लगा साधा ये उहदे लफ्ज ने तेरे च बड़ी ताकत कहंदे ते मेरे नाल पंजा पा। जिन्हां दे बारे आपां कहने भी संत बाबा जरनैल सिंह बड़े जोश विच सन, गुस्सा आ जांदा सी, बिल्कुल गलत है। छम्मे दे नाल उहनूं कहण लगे गुरमुखा मैं तेरे नाल पंजा की पाउणा है, तेरे नाल पंजा बाजां वाला बापू पाएगा। उत्थे असमान वाला नगर लागे है ते भाई अमरीक सिंह दे नानकियां दे विचों सरदार गुरदयाल सिंह ते जगीर सिंह दी उत्थे जमीन जायदाद बड़ी खुली। उन्हां दे घर संतां दा टिकाणा सी। इहो जिहा उहदा मन गुरु ने प्रेरिया। रात के 10 बजे ते उन्हां दा कुंडा जा खड़काया भी मैं संत जरनैल सिंह नूं मिलना। शराबी बोलदे विच ने उच्ची उच्ची बोलदा ते संत वो कहंदे सी तैनूं अंदर नहीं जाण देना, जा दफा हो जा, तू शराब पीती है। संत बाबा जरनैल सिंह ने उन्होंने बुला लिया। कहने लगे गुरमुखो जी कोई मिलना है तो तुहानूं की तरह मैनूं उन्हें मिलना है ते मैं मिलना चाहुंदा, मिला दिओ। उन्हां कुंडा खोलिया, संतां दे कोल आया। वो भाई रसाल सिंह दा नाम सी। कहने लगा संतां तू बड़ा यारा है। कहंदे गुरमुखा किवें भाई? कहंदा हण बहुतियां गल्लां ना करी, मैनूं अपने वर्गा बना ला। ते संत कहने लगे गुरमुखा जी मेरे वर्गा बनना तो फिर पंजां प्यारे दे अमृत छक। है सी बेचारा अनपढ़, उन्हें अमृत छकिया। 5 किले उहदी कुल पैड़ी सी, उहदे चों 2.5 किले पैड़ी उन्हें बेची, हथियार लै ते बिशू राम थाणेदार नूं उन्हें गड्डी चढ़ाया और मुड़ के संत बाबा जरनैल सिंह दे नाल उहदा बाडीगार्ड बन के रहा और अंतिम श्वासां तक उन्हें गुरु घर दा साथ नहीं छड्डिया ते अपने आप नूं गुरु तों कुर्बान कर गया। पहले शराब पींदा सी। कहण दा भाव कि संत दे दर्शन हुंदे बड़े घट ने। ये भी मैं आम पंक्ति बोलदा क्यों गुरबाणी दी पंक्ति है, हैन विरले ना ही घणे फैल फकड़ संसार। गल्लां वाले बड़े ने पर कमाई वाले संत बहुत घट ने। विधान शास्त्र दे विच एक पंक्ति सानू संत बाबा करतार सिंह होरां पढ़ाई है। वो कहंदे गिर गिर में माणक नहीं, गज गज मोती ना है, बन बन में चंदन नहीं, संतन पुर परमाए। इहदा अर्थ की है? जिहड़ा माणक है ना ये पत्थरां विच हुंदा। पत्थरां विच जिहड़े हीरे लाल ने इन्हां दी कई किस्मां ने, रतन, जवाहर, माणक, लाल ते हीरा इत्यादि इन्हां दीयां पता नहीं किन्नियां किस्मां हन। विधान शास्त्र च लिखिया भी हर पहाड़ दे विच माणक नहीं। इसे तरह चंदन का बूटा बाग विच हुंदा पर हर बाग
ਮਾਫ ਕਰਨਾ, ਜੰਗਲ ਵਿੱਚ ਹੁੰਦਾ ਹੈ, ਪਰ ਹਰ ਜੰਗਲ ਦੇ ਵਿੱਚ ਚੰਦਨ ਦਾ ਬੂਟਾ ਨਹੀਂ, ਹਰ ਪਹਾੜ ਵਿੱਚ ਮਾਣਕ ਨਹੀਂ, ਹਰ ਜੰਗਲ ਵਿੱਚ ਚੰਦਨ ਦਾ ਬੂਟਾ ਨਹੀਂ, ਤੇ ਹਾਥੀਆਂ ਦੇ ਸਿਰ ਵਿੱਚ ਸਾਰਿਆਂ ਦੇ ਨਹੀਂ, ਕਈਆਂ ਹਾਥੀਆਂ ਦੇ ਸਿਰ ਵਿੱਚੋਂ ਮੋਤੀ ਨਿਕਲਦਾ ਜਦੋਂ ਉਹਦੀ ਮੌਤ ਹੁੰਦੀ ਹੈ। ਵਿਦਾਂਤ ਸ਼ਾਸਤਰ ਦਾ ਕਰਤਾ ਕਹਿੰਦਾ ਵੀ ਹਰ ਹਾਥੀ ਦੇ ਸਿਰ ਵਿੱਚ ਮੋਤੀ ਨਹੀਂ। ਇਸੇ ਤਰ੍ਹਾਂ ਸੰਤ ਵੀ ਥਾਂ ਥਾਂ ਤੇ ਨਹੀਂ ਮਿਲਦੇ, ਇਹ ਵੀ ਕਿਤੇ ਕਿਤੇ ਮਿਲਦੇ ਹਨ, ਤੇ ਜਿਨ੍ਹਾਂ ਨੂੰ ਮਿਲ ਗਏ ਉਹਨਾਂ ਦੀ ਕਾਇਆ ਬਦਲ ਗਈ। ਹੁਣ ਮੈਂ ਇਹ ਤੁਹਾਡੇ ਨਾਲ ਵਿਚਾਰ ਸਾਂਝੇ ਕਰਾਂ ਵੀ ਸੰਤ ਕਮਾਈ ਕੀ ਕਰਦਾ, ਉਹ ਕਰਦਾ ਕੀ, ਪਤਾ ਕਿਵੇਂ ਲੱਗੇ ਵੀ ਸੰਤ ਹੈ। ਭਾਈ ਸਾਹਿਬ ਭਾਈ ਗੁਰਦਾਸ ਦੀਆਂ ਵਾਰਾਂ ਦੇ ਵਿੱਚ ਇੱਕ ਪੌੜੀ ਆਉਂਦੀ ਹੈ, ਮਹਾਂਪੁਰਖ ਅਚਾਨ ਚੱਕ ਗਨਕਾ ਵਾੜੇ ਆਏ ਖਲੋਤਾ। ਆਪਾਂ ਆਮ ਕਰਕੇ ਮਹਾਂਪੁਰਖ ਲਫ਼ਜ਼ ਬੋਲਦੇ ਹਾਂ, ਆਪਾਂ ਮਹਾਂਪੁਰਸ਼ਾਂ ਦਰਸ਼ਨ ਕੀਤੇ ਨੇ, ਸੰਤ ਬਾਬਾ ਕਰਤਾਰ ਸਿੰਘ ਹੋਰਾਂ ਨੂੰ ਮਹਾਂਪੁਰਖ ਕਹਿੰਦੇ ਆ, ਸੰਤ ਗਿਆਨੀ ਗੋਬਿੰਦ ਸਿੰਘ ਖਾਲਸਾ ਨੂੰ ਮਹਾਂਪੁਰਖ ਕਹਿੰਦੇ ਆ, ਸੰਤ ਬਾਬਾ ਜਰਨੈਲ ਸਿੰਘ ਜੀ, ਸੰਤ ਬਾਬਾ ਠਾਕਰ ਸਿੰਘ ਜੀ, ਉਹਨਾਂ ਨੂੰ ਅਸੀਂ ਸਾਰਿਆਂ ਨੂੰ ਮਹਾਂਪੁਰਖ ਕਹਿੰਦੇ ਆ। ਮਹਾਂਪੁਰਖਾਂ ਦਾ ਪਤਾ ਕਿਵੇਂ ਚੱਲੇ? ਮਹਾਂਪੁਰਖ ਅਚਾਨ ਚੱਕ ਗਨਕਾ ਵਾੜੇ ਆਏ ਖਲੋਤਾ। ਗਨਕਾ ਦਾ ਭਾਵ ਹੁੰਦਾ ਵੇਸਵਾ। ਵੇਸਵਾ ਦਾ ਅਰਥ ਹੁੰਦਾ ਹੈ ਜਿਹੜੀ ਤਨ ਦੇ ਕੇ ਦੂਜਿਆਂ ਕੋਲ ਧਨ ਕਮਾਉਣ ਦਾ ਯਤਨ ਕਰੇ, ਉਹਨੂੰ ਵੇਸਵਾ ਬੋਲਦੇ ਹਨ। ਸ਼ਾਸਤਰਾਂ ਦੇ ਵਿੱਚੋਂ ਇੱਕ ਮੰਨੂ ਸਿਮਰਤੀ ਹੈ, ਉਸ ਮੰਨੂ ਸਿਮਰਤੀ ਦੇ ਮੁਤਾਬਕ ਜਿਹੜਾ ਲੈਣ ਤੇ ਦੇਣ ਤੱਕ ਕੇਵਲ ਸੀਮਤ, ਉਹਨੂੰ ਵੈਸ਼ ਕਹਿੰਦੇ ਨੇ। ਵੈਸ਼ ਵਪਾਰੀ ਤੋਂ ਭਾਵ ਵੈਸ਼। ਜਿਹੜੀ ਵੇਸਵਾ ਹੈ ਇਹ ਤਨ ਦੇ ਕੇ ਦੂਜਿਆਂ ਕੋਲ ਧਨ ਕਮਾਉਂਦੀ ਹੈ, ਇਸ ਕਰਕੇ ਦਾ ਨਾਮ ਵੇਸਵਾ। ਤੇ ਰੱਬ ਦੇ ਪਿਆਰਿਆਂ ਦੀ ਨਿਗਾਹ ਵਿੱਚ ਕੋਈ ਮਾੜਾ ਨਹੀਂ। ਅਗਰ ਜੇ ਮਾੜਾ ਸਮਝਦੇ ਨਾ, ਅਜੇ ਉਹ ਮਹਾਂਪੁਰਸ਼ ਬਣਿਆ ਹੀ ਨਹੀਂ, ਅਜੇ ਉਹ ਮਹਾਂਪੁਰਸ਼ ਨਹੀਂ ਬਣਿਆ। ਕਣੀਆਂ ਲੈ ਪਈਆਂ, ਭਾਦੋਂ ਸਾਉਣ ਦਾ ਮਹੀਨਾ, ਵੇਸਵਾ ਦਾ ਬੂਹਾ ਖੁੱਲਾ ਹੈ, ਤੇ ਮਹਾਤਮਾ ਅੰਦਰ ਚਲੇ ਗਏ ਵਿਹੜੇ ਵਿੱਚ। ਵੇਸਵਾ ਚੁਬਾਰੇ ਵਿੱਚ ਹੈ, ਉਹਨੇ ਆਪਣੇ ਸੁਭਾਅ ਦੇ ਮੁਤਾਬਕ ਆਵਾਜ਼ ਮਾਰੀ, ਉੱਪਰ ਆ ਜਾਓ। ਉਹਦਾ ਕੰਮ ਸੀ। ਤੇ ਮਹਾਂਪੁਰਸ਼ਾਂ ਨੇ ਆਖਿਆ, ਧੀਏ ਰਾਣੀਏ, ਵੇਸਵਾ ਨੂੰ ਧੀ ਕਹਿਣਾ ਸੰਤ ਕਹਿ ਸਕਦਾ, ਦੂਜੇ ਨਹੀਂ ਕਹਿ ਸਕਦੇ। ਇੱਕ ਲਫ਼ਜ਼ ਮੈਂ ਕਾਕਾ ਮੇਰੀ ਰੋਜ਼ ਕਥਾ ਭਰਦਾ, ਮੈਂ ਆਮ ਸਟੇਜਾਂ ਤੇ ਬੋਲਦਾ, ਅਸੀਂ ਇੰਨੇ ਤੰਗ ਹੋ ਗਏ ਹਾਂ। ਅੱਗੇ ਪਿੰਡ ਦੀ ਧੀ, ਸਾਰਿਆਂ ਦੀ ਧੀ, ਅੱਜ ਸਾਡੇ ਭਰਾ ਦੀ ਧੀ ਵੀ ਹੋਵੇ ਤੇ ਆਪਾਂ ਕਹਿੰਦੇ ਮੈਥੋਂ ਛੋਟੇ ਦੀ ਧੀ ਹੈ। ਸਾਡੀ ਸੋਚ ਇੰਨੀ ਘਟੀਆ ਹੋ ਗਈ। ਪਿੰਡ ਦਾ ਨੰਬਰਦਾਰ ਖੇਤਾਂ 'ਚ ਗਿਆ ਨਾ ਘੋੜੀ ਤੇ ਚੜ੍ਹ ਕੇ, ਤੇ ਗਰੀਬਾਂ ਦਾ ਜਵਾਈ ਤੁਰਿਆ ਆਉਂਦਾ, ਨੰਬਰਦਾਰ ਨੇ ਵੇਖ ਲਿਆ। ਉਹ ਆਵਾਜ਼ ਮਾਰ ਕੇ ਕਹਿੰਦਾ ਸੀ, ਪ੍ਰਾਹੁਣਿਆ ਤੂੰ ਸਾਡਾ ਜਵਾਈ ਤੇ ਤੂੰ ਘੋੜੀ ਤੇ ਚੜ੍ਹ ਕੇ ਪਿੰਡ ਚੱਲ ਤੇ ਮੈਂ ਤੁਰ ਕੇ ਆ ਜਾਵਾਂਗਾ। ਪਿੰਡ ਦਾ ਜਵਾਈ, ਸਾਰਿਆਂ ਦਾ ਜਵਾਈ। ਅੱਜ ਸਾਡਾ ਅੰਦਰ ਇੰਨਾ ਮੈਲਾ ਹੋ ਗਿਆ, ਤੰਗ ਹੋ ਗਿਆ, ਅਸੀਂ ਭਰਾ ਦੇ ਜਵਾਈ ਨੂੰ ਵੀ ਆਪਣਾ ਜਵਾਈ ਕਹਿਣ ਨੂੰ ਤਿਆਰ ਨਹੀਂ। ਮਹਾਂਪੁਰਖ ਦੀ ਨਿਗਾਹ ਦੇ ਵਿੱਚ ਨਾ ਕੋ ਬੈਰੀ, ਨਾ ਇਹ ਬਗਾਨਾ, ਸਗਲ ਸੰਗ ਹਮਕੋ ਬਣਾਈ। ਸਾਡੇ ਵਾਸਤੇ ਉਪਰਾ ਕੋ ਹੈ ਹੀ ਨਹੀਂ। ਵੇਸਵਾ ਨੇ ਆਵਾਜ਼ ਮਾਰੀ ਤੇ ਸੰਤ ਕਹਿਣ ਲੱਗੇ, ਧੀਏ ਰਾਣੀ, ਅਸੀਂ ਹੁਣੇ ਚਲੇ ਜਾਣਾ। ਮੈਂ ਗੁਰਬਾਣੀ ਦੀ ਨਾਲ ਪੰਕਤੀ ਪੜ੍ਹੀ ਹੈ, ਸਾਧ ਕੇ ਸੰਗ ਨਹੀਂ ਕਛ ਘਾਲ, ਦਰਸ਼ਨ ਭੇਟਤ ਹੋਤ ਨਿਹਾਲ। ਸੰਤ ਨੂੰ ਵੇਖਣ ਦੇ ਨਾਲ ਬੰਦੇ ਦੇ ਦੁੱਖ ਕੱਟੇ ਜਾਂਦੇ। ਨਿਹਾਲ ਸ਼ਬਦ ਫਾਰਸੀ ਜ਼ਬਾਨ ਦਾ ਹੈ। ਹਾਲ ਕਹਿੰਦੇ ਨੇ ਦੁੱਖ ਨੂੰ,
ਨਿਹਾਲ ਦਾ ਭਾਵ ਹੁੰਦਾ ਜਿਹਦੇ ਵੇਖਣ ਨਾਲ ਦੁੱਖ ਕੱਟੇ ਜਾਣ ਨੂੰ ਸਾਧ ਕਹਿੰਦੇ ਨੇ। ਆਪਣਾ ਮੈਂ ਤੁਹਾਡੇ ਪਿੰਡ ਦਾ, ਤੁਸੀਂ ਮੇਰੇ ਹੋ। ਆਪਾਂ ਸੰਤ ਗਿਆਨੀ ਬੰਨਣ ਸਿੰਘ ਖਾਲਸਾ ਨੂੰ ਦਰਸ਼ਨ ਕੀਤੇ ਨੇ। ਆਪਣੇ ਪਿੰਡ 13 ਵੇਰ ਆਏ। ਮੈਨੂੰ ਕਿਸੇ ਦਾ ਨਹੀਂ ਪਤਾ, ਪਰ ਮੇਰਾ ਜਾਤੀ ਤਜਰਬਾ ਹੈ, ਜਦੋਂ ਉਹਨਾਂ ਨੇ ਕਥਾ ਕਰਨੀ ਸ਼ਾਮ ਦੇ ਟਾਈਮ ਤੇ ਖਾਸ ਕਰਕੇ, ਜਦੋਂ ਉਹ ਕਥਾ ਕਰਨ ਜਾਂਦੇ ਸਾਂ, ਕੋਲ ਦੀ ਲੰਘਦੇ ਸਨ ਤੇ ਠੰਡੀ ਹਵਾ ਆਉਂਦੀ ਸੀ, ਉਹਨਾਂ ਨੂੰ ਛੋਹ ਕੇ ਹਵਾ ਠੰਡੀ ਹੋ ਜਾਂਦੀ ਸੀ। ਇਹ ਮੈਂ ਕਿਸੇ ਦੇ ਆਖਣ ਤੇ ਨਹੀਂ ਕਹਿ ਰਿਹਾ, ਮੇਰਾ ਆਪਣਾ ਜਾਤੀ ਵਿਸ਼ਵਾਸ ਹੈ ਤੇ ਵੇਖਿਆ ਮੈਂ ਕਿ ਸੰਤ ਦੇ ਛੋਹਣ ਦੇ ਨਾਲ ਹਵਾ ਵੀ ਠੰਡੀ ਹੋ ਜਾਂਦੀ। ਸਾਧ ਕੇ ਸੰਗ ਨਹੀਂ ਕਛ ਘਾਲ, ਦਰਸ਼ਨ ਭੇੜਤ ਹੋਤ ਨਿਹਾਲ। ਵੇਸਵਾ ਨੂੰ ਸੰਤ ਕਹਿਣ ਲੱਗੇ, ਧੀਏ ਰਾਣੀਏ ਅਸੀਂ ਹੁਣੇ ਚਲੇ ਜਾਣਾ। ਬੀਬੀ ਨੇ ਦਰਸ਼ਨ ਕੀਤੇ, ਥੱਲੇ ਉਤਰੀ ਤੇ ਕਹਿਣ ਲੱਗੀ, ਬਾਬਾ ਜੀ ਮੈਨੂੰ ਤਾਂ ਕਦੇ ਕਿਸੇ ਨੇ ਧੀ ਆਖਿਆ ਹੀ ਨਹੀਂ, ਮੈਨੂੰ ਕਿਸੇ ਨੇ ਧੀ ਨਹੀਂ ਆਖਿਆ। ਮੈਨੂੰ ਧੀ ਆਖਿਆ ਜੇ ਨਾ ਤੇ ਹਮੇਸ਼ਾ ਮਾਪੇ ਧੀਆਂ ਨੂੰ ਕੁਝ ਨਾ ਕੁਝ ਦੇ ਕੇ ਜਾਂਦੇ, ਮੈਨੂੰ ਕੁਝ ਦੇ ਕੇ ਜਾਓ। ਮਾਪੇ ਹਮੇਸ਼ਾ ਧੀਆਂ ਨੂੰ ਕੁਝ ਦੇ ਕੇ ਜਾਂਦੇ ਤੇ ਮੈਨੂੰ ਦੇ ਕੇ ਜਾਓ। ਜਿਹੜੀ ਮੈਂ ਬੇਨਤੀ ਕਰ ਰਿਹਾ, ਭਾਈ ਗੁਰਦਾਸ ਨੇ 12 ਚ ਲਿਖੀ, 12 ਵਿੱਚ ਮਾਂ ਪੁਰਖ ਅਚਾਨ ਚੱਕ ਗਨਕਾ ਵਾੜੇ ਆਏ ਖਲੋਤਾ, ਦੁਰਮਤ ਦੇਖ ਦਿਆਲ ਹੋਏ ਹੱਥੋਂ ਉਸ ਨੂੰ ਦਿੱਤੋ ਸਤੋਤਾ। ਇਹ ਨਹੀਂ ਆਖਿਆ ਬੀਬੀ ਪਰਾਂ ਹੋ ਜਾ, ਇਹ ਨਹੀਂ ਆਖਿਆ ਵੀ ਤੇਰਾ ਜੀਵਨ ਢਿੱਲਾ ਹੈ। ਰੱਬ ਦੇ ਪਿਆਰਿਆਂ ਦੇ ਅੰਦਰ ਦਇਆ ਆਈ, ਦੁਰਮਤ ਦੇਖ ਦਿਆਲ ਹੋਏ ਹੱਥੋਂ ਉਸ ਨੂੰ ਦਿੱਤੋ ਸਤੋਤਾ। ਕਹਿਣ ਲੱਗੇ, ਧੀਏ ਰਾਣੀਏ ਤੂੰ ਆਖਿਆ ਵੀ ਮਾਪੇ ਕੋਈ ਦਿੰਦੇ ਹੁੰਦੇ, ਮੇਰੇ ਕੋਲ ਤਾਂ ਪੈਸੇ ਹੈ ਨਹੀਂ, ਮੇਰੇ ਕੋਲ ਤੋਤਾ ਹੈ। ਤੇ ਇਉਂ ਕਰੀ, ਸਵੇਰੇ ਉੱਠ ਕੇ ਇਸ਼ਨਾਨ ਕਰਕੇ ਤੂੰ ਅੱਗੇ ਅੱਗੇ ਰਾਮ ਰਾਮ ਬੋਲੀ ਜਾਣਾ, ਤੇ ਮਗਰ ਮਗਰ ਤੋਤੇ ਨੂੰ ਮੈਂ ਗਜਾਇਆ, ਇਹ ਮਗਰ ਮਗਰ ਰਾਮ ਰਾਮ ਬੋਲੀ ਜਾਏਗਾ। ਭਾਈ ਗੁਰਦਾਸ ਜੀ ਅੱਗੇ ਪੰਕਤੀ ਲਿਖਦੇ ਨੇ, ਦੁਰਮਤ ਦੇਖ ਦਿਆਲ ਹੋਏ ਹੱਥੋਂ ਉਸ ਨੂੰ ਦਿੱਤੋ ਸਤੋਤਾ, ਲਿਵ ਲਾਗੀ ਤੇ ਸਤੋਤਿਉ ਦੁਰਮਤ ਪਾਪ ਕਲੇਵਰ ਧੋਤਾ। ਬਹਾਨਾ ਬਣਦਾ। ਜਾਪ ਸਾਹਿਬ ਦੀ 109ਵੀਂ ਪੌੜੀ ਹੈ, ਜਦੋਂ ਬੰਦੇ ਤੇ ਰੱਬ ਕਿਰਪਾ ਕਰਦਾ ਉਦੋਂ ਵੀ ਬਹਾਨਾ ਬਣਦਾ, ਜਦੋਂ ਦਿਨ ਮਾੜੇ ਹੋਣ ਪੁੱਠਾ ਕੰਮ ਹੁੰਦਾ ਉਦੋਂ ਵੀ ਬਹਾਨਾ ਬਣਦਾ। ਔਰ ਉਹ ਪੰਕਤੀਆਂ ਨੇ ਜਾਪ ਸਾਹਿਬ ਦੀਆਂ ਕਿ ਕਾਰਨ ਕੁਨਿੰਦ ਹੈ ਕਿ ਰੋਜੀ ਦਹੰਦ ਹੈ। ਜਿਸ ਵਾਹਿਗੁਰੂ ਨੇ ਰੋਜੀ ਦੇਣੀ ਉਹਨੇ ਕੋਈ ਨਾ ਕੋਈ ਵਸੀਲਾ ਬਣਾਉਣਾ। ਵਸੀਲਾ ਮਹਾਂਪੁਰਸ਼ਾਂ ਨੂੰ ਦਇਆ ਆਈ ਤੇ ਕਹਿਣ ਲੱਗੇ, ਧੀਏ ਇਸ਼ਨਾਨ ਪਾਨ ਕਰਕੇ ਤੇ ਅੱਗੇ ਅੱਗੇ ਰਾਮ ਰਾਮ ਬੋਲੀ ਤੇ ਮਗਰ ਮਗਰ ਤੋਤਾ ਬੋਲੇਗਾ। ਬਹਾਨਾ ਬਣ ਗਿਆ ਕਿ ਲਿਵ ਲਾਗੀ ਤੇ ਸਤੋਤਿਉ ਦੁਰਮਤ ਪਾਪ ਕਲੇਵਰ ਧੋਤਾ। ਪਤਾ ਨਹੀਂ ਕਿਹੜੀ ਗੱਲ ਦਾ ਨਿੱਕਾ ਜਿਹਾ ਬਹਾਨਾ ਬਣਨਾ ਬੰਦੇ ਦਾ ਜੀਵਨ ਬਦਲ ਜਾਏ। ਮੈਂ ਮੰਜੀ ਸਾਹਿਬ ਸਟੇਜ ਤੇ ਵੀ ਕਿਹਨਾਂ ਗੱਲ ਕੀਤੀ ਸੀ। ਸਾਡਾ ਤਾਇਆ ਪ੍ਰਸਾਦ ਸਿੰਘ ਸੀ ਤੇ ਉਹਦੀ ਬੇਟੀ, ਉਹਦਾ ਨਾਮ ਸਜੀਦ ਕੌਰ ਸੀ, ਜੀਤੂ ਅਸੀਂ ਕਹਿੰਦੇ ਸਾਂ। ਖੇਮਕਰਨ ਚੱਲੀ, ਉਦੋਂ ਬੀਬੀਆਂ ਚਾਦਰਾਂ ਕੱਢਦੀਆਂ ਹੁੰਦੀਆਂ ਸਨ ਦਸੂਤੀ ਦੀਆਂ, ਤੇ ਮੇਰੀ ਮਾਤਾ ਨੂੰ ਕਹਿਣ ਲੱਗੀ, ਚਾਚੀ ਮੈਂ ਖੇਮਕਰਨ ਚੱਲੀ ਤੇ ਕੋਈ ਮੰਗਵਾਉਣਾ। ਉਹ ਕਹਿਣ ਲੱਗੀ, ਆਪਣੇ ਵੇਲੀ ਗੁੜਕਾ ਲਈ ਆਵੇ। ਉਹ ਮੇਰੀ ਭੈਣ ਨੇ ਖੇਮਕਰਨ ਨੂੰ ਗੁੜਕਾ ਲਿਆਇਆ, ਆਨੇ ਦਾ ਆਇਆ, ਤੇ ਮੇਰੀ ਮਾਂ ਨੇ ਮੈਨੂੰ ਉਸ ਗੁੜਕੇ ਤੋਂ ਜਪਜੀ ਸਾਹਿਬ ਦੇ ਸ਼ਬਦ ਹਜ਼ਾਰੇ ਦੀ ਸੰਥਿਆ ਕਰਾਈ। ਉਹ ਵੇਖੋ ਨਿੱਕੀ ਜੀ ਲਾਗ ਲੱਗੀ, ਅੱਜ ਮੈਨੂੰ ਉਹਦਾ ਕਿੰਨਾ ਫਲ ਮਿਲਿਆ। ਮੈਂ ਉਸ ਭੈਣ ਨੂੰ ਕਦੇ ਭੁੱਲਦਾ ਨਹੀਂ ਜਿਹਨੇ ਗੁੜਕਾ ਲਿਆ ਕੇ ਦਿੱਤਾ। ਉਹ ਮੈਂ 5ਵੀਂ ਜਮਾਤ ਵਿੱਚ ਪੜ੍ਹਦਾ ਸਰ, 5ਵੀਂ ਜਮਾਤ ਵਿੱਚ। ਇਹ ਘੱਟ ਤੋਂ ਘੱਟ ਮੇਰੇ ਖਿਆਲ 62 ਸਾਲ ਪੁਰਾਣੀ ਗੱਲ ਹੈ। ਬਹਾਨਾ ਬਣਦਾ ਹੈ ਕਿਉਂਕਿ ਗੁਰੂ ਗ੍ਰੰਥ ਸੱਚੇ ਪਾਤਸ਼ਾਹ ਕਹਿੰਦੇ, ਨਾ ਕੋ ਮੂਰਖ ਨਾ ਕੋ ਸਿਆਣਾ ਵਰਤੇ ਸਭ ਕੁਛ ਤੇਰਾ ਭਾਣਾ। ਜਦੋਂ ਬੰਦੇ ਦੇ ਦਿਨ ਚੰਗੇ ਹੋਣ ਉਦੋਂ ਬਹਾਨਾ ਚੰਗਾ ਬਣਦਾ। ਤੋਤੇ ਦਾ ਬਹਾਨਾ ਬਣਿਆ, ਬੀਬੀ ਬੰਦਗੀ ਕਰਨ ਲੱਗ ਪਈ ਤੇ ਭਾਈ ਜੀ ਕਹਿੰਦੇ, ਲਿਵ ਲਾਗੀ ਤੇ ਸਤੋਤਿਉ ਦੁਰਮਤ ਪਾਪ ਕਲੇਵਰ ਧੋਤਾ। ਕਲੇਵਰ ਦਾ ਅਰਥ ਹੈ ਸਰੀਰ।
ਜਿਹੜੇ ਸਰੀਰ ਵਿੱਚ ਪਾਪ ਸਨ ਉਹ ਸਾਰੇ ਦੇ ਸਾਰੇ ਧੋਤੇ ਗਏ। ਗਈ ਬਕੁੰਠ ਬਬਾਨ ਚੜ, ਨਰਕੇ ਵਿੱਚ ਨਾ ਖਾਧੋਸ ਗੋਤਾ। ਉਸ ਤੋਤੇ ਦੇ ਬਹਾਨੇ ਭਾਈ ਗੁਰਦਾਸ ਜੀ ਦੇ ਕਹਿਣ ਮੁਤਾਬਕ ਬੀਬੀ ਉਸ ਜਗ੍ਹਾ ਨੂੰ ਗਈ ਜਿੱਥੇ ਕਿਸੇ ਪ੍ਰਕਾਰ ਦਾ ਕੋਈ ਦੁੱਖ ਹੀ ਨਹੀਂ। ਬਕੁੰਠ ਦਾ ਭਾਵ ਹੈ ਜਿੱਥੇ ਕੋਈ ਦੁੱਖ ਨਾ ਹੋਵੇ, ਜਿਹਨੂੰ ਗੁਰਬਾਣੀ ਚ ਕਹਿੰਦੇ ਸਾਧ ਕੇ, ਜਿਹਨੂੰ ਕਹਿੰਦੇ ਨੇ ਬੈਕੁੰਠ ਤੋਂ ਭਾਵ ਦੁੱਖਾਂ ਤੋਂ ਰਹਿਤ ਜਗ੍ਹਾ। ਬੇਗਮਪੁਰਾ ਸ਼ਹਿਰ ਕੋ ਨਾਉ, ਦੁੱਖ ਅੰਦੋ ਨਹੀਂ ਬੈਠਾਓ। ਸੋ ਇਸ ਪ੍ਰਕਾਰ ਦਾ ਸੰਤ ਹੈ ਨਾ, ਉਹਦੇ ਦਰਸ਼ਨ ਕਰਨ ਦੇ ਨਾਲ ਬੰਦੇ ਦੀ ਕਾਇਆ ਕਲਪ ਹੋ ਜਾਂਦੀ ਹੈ। ਹੁਣ ਆਪਾਂ ਜਿਸ ਥਾਂ ਤੇ ਬੈਠੇ ਤਾਂ ਥੋੜਾ ਜਿਹਾ ਇਤਿਹਾਸ ਸਮੇਂ ਨਾਲ ਕਹਿ ਕੇ ਠਵੇਂ, ਬਾਕੀ ਹੋਰ ਵਿਚਾਰ ਕਰਾਂਗੇ। ਇਸ ਥਾਂ ਤੇ ਜਿਹੜੇ ਗੁਰੂ ਪੰਚਮ ਪਾਤਸ਼ਾਹ ਮਹਾਰਾਜ ਦੀ 5 ਬਖਸ਼ੀਆਂ ਰੂਹਾਂ ਹੋਈਆਂ ਨੇ, ਭਾਈ ਜੇਠਾ ਜੀ, ਭਾਈ ਪ੍ਰਾਣਾ ਜੀ, ਇਸੇ ਪ੍ਰਕਾਰ ਜਿਹੜਾ ਮਾਤਾ ਭਾਗ ਕੌਰ ਦਾ ਦਾਦੇ ਦਾ ਭਰਾ ਸੀ ਭਾਈ ਲੰਗਾ, ਬਾਬਾ ਬਿਧੀ ਚੰਦ, ਇਹ 5 ਸਿੱਖਾਂ ਦੇ ਵਿੱਚ ਇੱਕ ਭਾਈ ਪ੍ਰਾਣਾ ਜੀ, ਉਹਨਾਂ ਦਾ ਇਹ ਭਗਤੀ ਵਾਲੀ ਜਗ੍ਹਾ ਹੈ ਤੇ ਰੱਬ ਦੇ ਪਿਆਰੇ ਇਕਾਂਤ ਚਾਹੁੰਦੇ ਨੇ। ਇਸ ਥਾਂ ਤੇ ਉਹ ਗੁਰਮੁਖ ਪਿਆਰੇ ਬੰਦਗੀ ਕਰਦੇ ਨੇ, ਜਿਨ੍ਹਾਂ ਨੂੰ ਅਸੀਂ ਚੋਰ ਕਹਿੰਦੇ ਨਾ, ਉਹਨਾਂ ਦੇ ਵੀ ਕਈਆਂ ਦੇ ਅਸੂਲ ਹੁੰਦੇ ਨੇ। ਇਹ ਵੱਖਰੀ ਗੱਲ ਵੀ ਹੁਣ ਆਪਾਂ ਸਾਰੇ ਅਸੂਲ ਛੱਡ ਦਈਏ। ਆ ਕਈ ਸ਼ਰਾਬੀ ਭਰਾਵਾਂ ਨੂੰ ਵੇਖਿਆ, ਮੈਂ ਰਾਜਸਥਾਨ ਦੇ ਇਲਾਕੇ 'ਚ ਇੱਕ ਥਾਂ ਤੇ ਕਥਾ ਕਰਨ ਗਿਆ। 60 ਜੀਬੀ ਪਿੰਡ ਹੈ ਸ਼ਾਇਦ, 62 ਜੀਬੀ। ਉਹਨਾਂ ਭਰਾਵਾਂ ਦੇ ਕੋਲ 30 ਮਰਬੇ ਪੈੜੀ। ਅਸੀਂ 3 ਸਿੰਘ ਸਾਂ, ਸਾਨੂੰ ਕਥਾ ਕਰਨ ਲੈ ਗਿਆ ਤੇ ਸ਼ਰਾਬ ਉਹ ਬੜੀ ਪੱਕੀ ਪੀਵੇ। ਮੈਂ ਉੱਥੇ ਕਥਾ ਕਰਨੀ ਤੇ ਉਹਨੇ ਬੂਹੇ ਅੱਗੇ ਬਹਿਣਾ ਤੇ ਮੈਂ ਆਖਿਆ ਗੁਰਦੇਵ ਸਿੰਘ ਵੀ ਮੈਨੂੰ ਤੂੰ ਕਥਾ ਕਰਨ ਲਿਆਇਆ ਤੇ ਆਪ ਤਾਂ ਅੰਦਰ ਨਹੀਂ ਆਉਂਦਾ। ਕਹਿੰਦਾ ਬਾਬਾ ਜੀ ਮੈਂ ਸ਼ਰਾਬ ਪੀਤੀ, ਮੈਂ ਅੰਦਰ ਨਹੀਂ ਵੜਨਾ। ਭਾਵ ਕਿ ਉਹਦੇ ਅੰਦਰ ਰੱਬ ਦਾ ਭੈ ਹੈ। ਪੁਰਾਤਨ ਲੋਕਾਂ ਦੇ ਅੰਦਰ ਭੈ ਭਾਵਨਾ ਸੀ, ਕੁਝ ਨਾ ਕੁਝ ਅਸੂਲ ਹੁੰਦੇ ਸਨ। ਇਹ ਇਲਾਕਾ ਆਪਣਾ ਜਿਹੜਾ ਸੀ ਬਰਾਨਾ ਹੋਣ ਕਰਕੇ, ਕਿਉਂਕਿ ਆਪਾਂ ਨੂੰ ਖਾਰਾ ਵੱਧ ਜਾ ਕੇ ਨੇ, ਥੱਲੇ ਪਾਣੀ ਮਿੱਠਾ ਨਹੀਂ ਸੀ, ਗੁਜ਼ਾਰਾ ਬੜਾ ਮੁਸ਼ਕਿਲ ਸੀ। ਕਿਸੇ ਨੇ ਡੰਗਰ ਚਾਰ ਕੇ, ਆਪਣਾ ਜਿਹੜਾ ਪਿੰਡ ਹੈ ਨਾ, ਤੁਸੀਂ ਕਹਿਣਾ ਵੀ ਆਪਣੀ ਗੱਲ ਸੁਣਾ ਕੇ ਤੇ ਚਲਾ ਗਿਆ। ਗਜਲ ਪਿੰਡ ਤੋਂ ਆਪਣੇ ਵਡੇਰੇ ਉੱਥੇ ਡੰਗਰ ਚਾਰਦੇ ਹੁੰਦੇ ਸਨ, ਔਰ ਉੱਥੋਂ ਇੱਕ ਝੋਟਾ ਇਹਨਾਂ ਢਾਬਾਂ ਦੇ ਵਿੱਚੋਂ ਨਹਾ ਕੇ ਗਿਆ, ਲਿਬੜਿਆ ਤੇ ਮੁੜ ਕੇ ਉਹਨਾਂ ਨੇ ਇੱਥੇ ਆ ਕੇ ਰਿਹਾਇਸ਼ ਕੀਤੀ। ਕਈਆਂ ਨੂੰ ਚੇਤੇ ਹੋਵੇਗਾ, ਛੱਪੜ ਦੇ ਚੜ੍ਹਦੇ ਪਾਸੇ ਵੱਲ ਛੱਪੜ ਹੁੰਦਾ, ਜਿਹਨੂੰ ਸੱਚੀਆਂ ਮਾਈਆਂ ਵਾਲਾ ਪਿੱਪਲ ਕਹਿੰਦੇ ਸਨ। ਉਹ ਪਿੰਡ ਆਪਣੇ ਇਸ ਪਿੰਡ ਦਾ ਮੂਲ ਸੀ, ਜਿਹੜਾ ਢਾਬ ਦੇ ਪੱਲੇ ਪਾਸੇ ਸੀ। ਇਸ ਪਾਸੇ ਮੈਂ ਨਾ ਜਾਵਾਂ। ਭਾਈ ਪ੍ਰਾਣਾ ਜੀ ਇੱਥੇ ਰੱਬ ਰੱਬ ਕਰਦੇ ਨੇ, ਜਿਹੜੇ ਮੇਰੀ ਉਮਰ ਦੇ ਜਾਂ ਵਡੇਰੇ ਨੇ। ਇਹ ਜਦੋਂ 55 ਦੇ ਵਿੱਚ ਮਰਬੇਬੰਦੀ ਹੋਈ, ਇਹ ਸਾਰਾ ਕੁਝ ਬਦਲਿਆ। ਜਿੱਥੇ ਬਾਬਿਆਂ ਦੀ ਪੈੜੀ, ਇਹਦੇ ਨਾਲ ਨਾਲ ਇੱਕ ਪਹਿਆ ਹੁੰਦਾ ਸੀ ਜਿਹੜਾ ਖੇਮਕਰ ਨੂੰ ਜਾਂਦਾ ਸੀ, ਤੇ ਮੈਂ ਬਚਪਨ 'ਚ ਉਸ ਪਹਿਏ ਥਾਣੀ ਲੰਘਿਆ ਵੀ ਆਪਣੀ ਦਾਦੀ ਨਾਲ। ਇਸ ਰਸਤੇ ਥਾਣੀ ਇੱਕ ਮੇਲ ਲੰਘਿਆ ਬੀਬੀਆਂ ਦਾ, ਜਿਨ੍ਹਾਂ ਨੇ ਕਸੂਰ ਜਾਣਾ ਸੀ ਵਿਆਹ ਉੱਪਰ। ਤੇ ਭਾਈ ਲੱਖੂ ਜਿਹੜਾ ਮਨਾਵੇਂ ਦਾ ਰਹਿਣ ਵਾਲਾ ਸੀ, ਉਹਨੇ ਵੇਖਿਆ ਵੀ ਇਹਨਾਂ ਬੀਬੀਆਂ ਕੋਲ ਗਹਿਣੇ ਬੜੇ ਨੇ, ਤੇ ਜੇ ਦਾਬਾ ਮਾਰ ਕੇ ਲਾਈਏ ਤੇ ਆਪਣਾ ਮੁੱਲ ਮੁੜ ਜੇ, ਆਪਣੀ ਕਮਾਈ ਹੋ ਜਾਏ। ਸੋਚ ਆਪੂ ਆਪਣੀ। ਭਾਈ ਪ੍ਰਾਣੇ ਦੇ ਕੋਲ ਪਿੱਛੇ ਹੋ ਕੇ ਉਹਨੇ ਹੱਥ ਜੋੜ ਕੇ ਆਪਣੇ ਮੂੰਹ ਵਿੱਚ ਅਰਦਾਸ ਬੇਨਤੀ ਕੀਤੀ, ਬਾਬਾ ਮੈਂ ਤੇਰੇ ਅੱਗੇ ਅਰਦਾਸ ਕਰਦਾ ਵੀ ਜੇ ਇਹ ਗਹਿਣੇ ਮੈਂ ਲੁੱਟ ਲਾਂ ਤੇ ਤੀਜਾ ਹਿੱਸਾ ਤੇਰਾ। ਇੰਨੀ ਅਰਦਾਸ ਕਰਕੇ ਤੇ ਉਹ ਬੀਬੀਆਂ ਦੇ ਮਗਰ ਚਲਾ ਗਿਆ, ਜਿਹੜੀਆਂ ਉਹ ਮੇਲ ਵਾਲੀਆਂ ਸਨ। ਇਸ ਥਾਂ ਦਾ ਇਤਿਹਾਸ ਜਿਹੜਾ ਹੈ ਜਿੱਥੇ ਆਪਾਂ ਬੈਠੇ ਆ, ਬੀਬੀਆਂ ਨੂੰ ਆਮ ਸੁਭਾਅ ਹੁੰਦਾ ਵੀ ਸਾਰੀਆਂ ਇਕੱਠੀਆਂ ਸਨ, ਗੱਲਾਂ ਕਰਦੀਆਂ, ਮਰਦਾਂ ਤੋਂ ਪਿੱਛੇ ਰਹਿ ਗਈਆਂ। ਮਰਦ ਬਹੁਤ ਦੂਰ ਚਲੇ ਗਏ। ਜਦੋਂ ਜਾ ਕੇ ਕੌੜੇ ਫਿੱਕੇ ਬੋਲ ਰਹੇ, ਉਹਦੇ ਕੋਲ ਹੋ ਸਕਦਾ ਕੋਈ ਹਥਿਆਰ ਵੀ ਜ਼ਮਾਨੇ ਦੇ ਮੁਤਾਬਕ। ਬੀਬੀਆਂ ਨੇ ਗਹਿਣੇ ਲਾ ਦਿੱਤੇ ਤੇ ਆਪਾਂ ਤਾਂ ਆਮ ਕਰਕੇ ਜਿਹੜਾ ਪਾਟਾ ਨੋਟ ਹੋਵੇ ਮੱਥਾ ਟੇਕਦੇ ਆ। ਇਹ ਸਾਡਾ ਸੁਭਾਅ ਵੀ, ਨਾਲੇ ਬਾਬਾ ਵੀ ਖੋਈ ਤੇ ਸਾਡਾ ਵੀ ਦਸਾਂ ਚੱਲ ਗਿਆ। ਪਰ ਉਹ ਕਿੰਨੇ ਅਸੂਲ ਵਾਲੇ ਬੰਦੇ ਸਨ। ਉਹਨੇ ਆਣ ਕੇ ਬਾਬੇ ਨੂੰ ਆਖਿਆ, ਬਾਬਾ ਤੂੰ ਬੜਾ ਯਾਰਾ ਹੈ,
मैं तीजा हिस्सा किया सी पर मैं तेनों अद्धा देना है। ये कौन कह रहा है? लखू जिहड़ा अजे टूर सी, अजे ब्रह्म ज्ञानी नहीं बनया। भाई पुराने ने आख्या भी मित्रा की चीज़, कहने लगा बाबा जी तू तो बड़ा यारा है, तो मैं तो हत्थां ते सरों जमा ली भी मैं तेरी अगे अरदास की सी बाबा तीजा हिस्सा देंगा, तू तो माल मत्ता इन्ना दवाया भी हुण तीजा नहीं, हुण अपना अद्धो अध चलेगा। ते भाई पुराना जी एकदम राह नूं कहण लगे गुरमुखा किहड़े चक्कर च पिया है, ये मेरे गुरु की आग्या नहीं, क्योंकि मेरे गुरु ने मैनू हुक्म किया हक पराया नानका ओ सूर उस गाए, गुर पीर हामा तां भरे जां मरदार न खाए। सिख वास्ते पराया हक खाना मुर्दा खाण दी तुल है, हिंदू वास्ते पराया हक खाना गऊ खाण दी तुल है, सूर दा मास मुसलमान वास्ते मना है, ते मुसलमान वास्ते पराया हक सूर खाण दी तुल है। कहने लगा मेरे गुरु की आग्या नहीं, ते भाई पारा भाई पुराना जी कहने लगे गुरमुखा साडे गुरु की आग्या नहीं। कहने लगा बाबा मैं लै तां जावां मैनू मार ना। ते भाई पुराना जी कहने लगे गुरमुखा जिन्हें तेरी अगे रख्या की वो अगे भी रखेगा। आवाज मारी, जिन्होंने पहला कौड़े बोल बोलता सी उन्होंने कहन लगा मेरियो भैनों मैनू माफी दिओ, अपना गहना वापस लै लो। असी गुरबाणी विच ही पढ़ते हैं, इतिहास विच भी आउंदा है, रब दे प्यारे जिहड़े ने ना उन्हां दी निगाह तीर वर्गी है। गुरु ग्रंथ सच्चे पातशाह दी पंक्तियां ने, कबीर सतगुर सूरमे बाया बान जो एक, लागत ही भोई गिर परिया परा करेजे शेख। कहते गुरु रूपी सूरमे ने इहो जिहा तीर मारिया कि बंदा पैर पुटन जोगा रहा ही नहीं। जिहड़ा लोगों के गहने ला के अपना घर भरना चाहता सी ना, उस गुरमुख प्यारे भाई लखू ने अपना जीवन भाई पुराने नूं समर्पित कर दिता। जिहड़ा परले पासे अपने गुरुद्वारा साहब बनया बाबा आसा सिंह बाबा थराज सिंह लंबरदार के बूहे अगे, उहदा संबंध भी इस जगह नाल है, क्योंकि बाबे पुराने ने आखिरकार प्रशादा पानी जल पानी छकना है। उत्थे गया तो उत्थे एक अपना वडेरा मझ चोरिया सी। आपां कई बार गल कहन लगे सोचते हैं तो वह गल बहुत महंगी पैंदी, कई गल्लां दा गल्लां इतिहास बदल देंदियां ने। ये सामने एक मेरे दृष्टांत आया भी गल्लां किवें इतिहास बदलदियां ने। असी हिंदुस्तान के जंगां दे विचों सब तो वड्डा जंग जिहड़ा वो महाभारत दा मनदे हां, जिहदा जिक्र गुरबाणी विच भी आया है, इतिहास विच ही बड़ा लम्मा चौड़ा लिखिया भी 18 खूनियां फौज गर्क हो गई, 11 खूनियां कौरवां दी 7 पांडवां दी। ते जे असीं उहदी खोज करते हैं ना तो उहदी इक्को ही खोज है भी एक बीबी दे मूंहों निकले हुए कौड़े शब्द। वो किहड़े? 5 पांडवां दी जिहड़ी पत्नी सी उहदा नाम सी द्रौपदी। जिवें आपां नवें मकान बनाउणे उद्घाटन करते हैं, भाईचारे सके सौदे नूं सदने भी भाई मैं मूर्त करना, उन्हां मूर्त कीता। ते पतिओरे दा पुत्र दुर्योधन जदों वो अंदर बन लगा तो उहदा पैर तिलक के डिग पिया, ते बीबी द्रौपदी दे मूंहों निकलिया अंध का अंध अन्ने दा अन्ना। इत्थे ज्ञानी करतार सिंह कलास वालिया जिन्हां दी मैनूं ड्यूटी मिली है श्रोमणी कमेटी वालों कथा दी ते दरबार साहब दी, उन्होंने लिखा कि बोली कट गई जिगर करतार सिंघा, तिखियां बोलियां कालजे चीर गईयां। जदों उन्हें आख्या ना अन्ने दा अन्ना, ते उन्हें कौड़ा बचन कोई नहीं किया। कहने लगा भाभी किते मौका मिलिया तो दसांगा भी अन्ने दा सजाखा किवें हुंदा है।
ਕਦੇ ਕਿਸੇ ਨੂੰ ਇਹੋ ਜਿਹਾ ਕੌੜਾ ਬਚਨ ਨਾ ਮੰਨੋ, ਕਹੋ ਜਿਹੜਾ ਜ਼ਿੰਦਗੀ ਪਰਜੰਤ ਚੁੱਭਦਾ ਰਹੇ। ਸਮਾਂ ਆਇਆ ਜੂਆ ਖੇਡੇ, ਪੰਜੇ ਪਾਂਡੂ ਆਪਣੀ ਘਰਵਾਲੀ ਦ੍ਰੋਪਦੀ ਨੂੰ ਘਰ ਗਏ। ਵੱਡੀ ਭਰਜਾਈ ਮਾਂ ਦੇ ਸਮਾਨ ਹੁੰਦੀ, ਮਾਂ ਦੇ ਸਮਾਨ, ਪਰ ਜਿਹੜੀ ਮਾਂ ਦੇ ਸਮਾਨ ਸੀ ਨਾ, ਉਸ ਬੋਲੀ ਕਰਕੇ ਅੱਜ ਵੀ ਰੜਕਦੀ। ਤੇ ਆਪਣੇ ਛੋਟੇ ਭਰਾ ਨੂੰ ਕਹਿਣ ਲੱਗਾ, ਉਹਨੂੰ ਦ੍ਰੋਪਦੀ ਨੂੰ ਵਾਲਾਂ ਤੋਂ ਫੜ ਕੇ ਧੂ ਕੇ ਲਿਆ। ਇਹ ਮੈਂ ਟਾਈਮ ਪਾਸ ਨਹੀਂ ਜੇ ਕਰ ਰਿਹਾ, ਕਥਾ ਕਰ ਰਿਹਾ ਭਾਈ ਗੁਰਦਾਸ ਦੀਆਂ ਵਾਰਾਂ ਚੋਂ। ਭਾਈ ਗੁਰਦਾਸ ਕਹਿੰਦੇ ਨੇ, ਅੰਦਰ ਸਭਾ ਦੁਸ਼ਾਸਨ ਨੇ, ਮੱਥੇ ਵਾਲ ਦ੍ਰੋਪਦੀ ਆਂਦੀ, ਦੂਤਾਂ ਨੂੰ ਫਰਮਾਇਆ ਨੰਗੀ ਕਰੋ ਪੰਚਾਲੀ ਬਾਂਦੀ। ਪੰਜੇ ਪਾਂਡੂ ਝੂਰਦੇ ਔਖਦ ਰੁੱਧੀ ਨਾਰ ਜਨਾਂ ਦੀ, ਹੱਥ ਮਰੋੜਨ ਸਿਰ ਧੁਣ ਪਛੋਤਾਨ ਕਰਨਾ ਜਾਂਦੀ। ਹੋਇਆ ਕਿ ਅੱਖਾਂ ਮੀੜ ਧਿਆਨ ਧਰ, ਹਾਹਾ ਕ੍ਰਿਸ਼ਨ ਕਰੇ ਬੁਲਾਂਦੀ। ਕੱਪੜ ਕੋਟ ਅਸਾਰਿਆਨ ਥੱਕੇ ਦੂਤ ਨਾ ਪਾਰ ਵਸਾਂਦੀ। ਨਾਥ ਅਨਾਥਾਂ ਬਾਣ ਧੁਰਾਂ ਦੀ। ਇਹਦਾ ਅਰਥ ਕੀ ਹੈ? ਕਹਿੰਦੇ ਨੇ ਛੋਟੇ ਭਰਾ ਦੁਸ਼ਾਸਨ ਨੂੰ ਆਖਿਆ ਵੀ ਦ੍ਰੋਪਦੀ ਨੂੰ ਵਾਲਾਂ ਤੋਂ ਫੜ ਕੇ ਧੂ ਕੇ ਲਿਆ, ਲੈ ਆਂਦੀ। ਕਹਿਣ ਲੱਗਾ ਤੇ ਸਾਰੇ ਕੱਪੜੇ ਲਾਹ ਦਿਓ। ਇਹਨੇ ਮੇਰਾ ਪਿਓ ਮੁਨੇ ਪਿੜੇ ਪੁਣਿਆ ਸੀ ਵੀ ਇਹ ਅੰਨੇ ਦਾ ਅੰਨਾ ਮੈਂ ਵੇਖਣਾ ਵੀ ਹੁਣ ਸਟਾਕਾ ਹੋਇਆ ਕਿ ਨਹੀਂ। ਅਸੀਂ ਗੁਰੂ ਕੇ ਸਿੱਖ ਹਾਂ, ਜਿੱਥੋਂ ਮੈਂ ਆਰੰਭ ਕੀਤਾ ਸੀ। ਗੁਰੂ ਗ੍ਰੰਥ ਸੱਚੇ ਪਾਤਸ਼ਾਹ ਕਹਿੰਦੇ, ਜਾਂ ਕੋ ਮੁਸ਼ਕਲ ਅੱਤ ਬਣੇ ਢੋਈ ਕੋਈ ਨਾ ਦੇ। ਲਾਗੂ ਹੋਏ ਦੁਸ਼ਮਣਾ ਸਾਗ ਵੀ ਭੱਜ ਖੜੇ। ਸਭੋ ਭੱਜੇ ਆਸਰਾ ਚੂਕੇ ਸਭ ਅਸਰਾਓ। ਚਿਤ ਆਵੇ ਉਸ ਪਾਰ ਬ੍ਰਹਮੋ ਲੱਗੇ ਨਾ ਤਤੀ ਵਾਓ। ਇਹਦਾ ਅਰਥ ਕੀ ਹੈ? ਕਹਿੰਦੇ ਨੇ ਜਦੋਂ ਮੁਸ਼ਕਲ ਬਣ ਜਾਏ ਨਾ, ਕੋਈ ਨਾ ਝੱਲੇ, ਉਸ ਮੌਕੇ ਵੀ ਬੰਦਾ ਰੱਬ ਨੂੰ ਚੇਤੇ ਕਰ ਲੇ। ਤਤੀ ਵਾਹ ਨਹੀਂ ਜੇ ਲੱਗਦੀ, ਤਤੀ ਵਾਹ ਨਹੀਂ ਤੇ ਬਚਾ ਲੈਂਦਾ। ਨਿੱਕੀ ਜੀ ਗੱਲ ਵਿੱਚ ਆਪਣੀ ਮੈਂ ਸੁਣਾ ਦਿਆਂ। ਸਾਨੂੰ ਪੁਲਿਸ ਪਈ ਮੈਨੂੰ ਫੜਨ ਦੀ, ਤੇ ਇਹ ਕਾਲੂ ਦੀ ਮੰਮੀ ਨੇ ਚਾਹ ਬਣਾਈ ਤੇ ਪੁਲਿਸ ਵਾਲਿਆਂ ਨੇ ਘੇਰਾ ਪਾਇਆ ਚੌਂ ਪਾਸੇ ਘਰ ਨੂੰ। ਮੈਂ ਬਾਣੀ ਪੜਾਂ ਤੇ ਮੇਰੀ ਭੈਣ ਕਹਿੰਦੀ, ਭਾਊ ਪੁਲਿਸ ਪੈ ਗਈ ਹੈ। ਮੈਂ ਕਿਹਾ ਵੀ ਤੂੰ ਚੁੱਪ ਕਰ। ਮੈਂ ਗੁੜਕਾ ਰੱਖਿਆ, ਜਿਹੜੀ ਚਾਹ ਪਈ ਸੀ ਚੁੱਲ੍ਹੇ ਅੱਗੇ ਸੀ, ਕਾਲੂ ਦੀ ਮਾਂ ਨੇ ਬਣਾਈ ਤੇ ਆਂਡੇ ਪਏ ਸਨ। ਮੈਂ ਉਹ ਚੁੱਕ ਕੇ ਪੁਲਿਸ ਵਾਲਿਆਂ ਅੱਗੇ ਰੱਖ ਦਿੱਤੇ। ਛਾਲ ਮਾਰ ਕੇ ਮੈਂ ਭਾਈ ਹੋ ਗਿਆ। ਔਰ ਉਹਦੇ ਵਾਹ ਦੇ ਵਿੱਚ ਮੇਰੇ ਚਾਚੇ ਦੇ ਪੁੱਤ ਨੇ 1.5 ਸਾਲ ਕੈਦ ਕੱਟੀ। ਮੈਨੂੰ ਮੇਰਾ ਵਾਲ ਵਿੰਗਾ ਨਹੀਂ ਹੋਇਆ। ਪੁਲਿਸ ਮੈਨੂੰ ਪਈ ਤੇ ਡਿੱਕੇ ਮੇਰਾ ਭਰਾ ਆ ਗਿਆ। ਕਹਿਣ ਦਾ ਭਾਵ ਕਿ ਬਾਣੀ ਥਾਂ ਥਾਂ ਤੇ ਰੱਖਿਆ ਕਰਦੀ, ਪਰ ਆਪਾਂ ਬਾਣੀ ਤੇ ਵਿਸ਼ਵਾਸ ਨਹੀਂ ਕਰਦੇ। ਜਾਂ ਕੋ ਮੁਸ਼ਕਲ ਅੱਤ ਬਣੇ ਢੋਈ ਕੋਈ ਨਾ ਦੇ। ਲਾਗੂ ਹੋਏ ਦੁਸ਼ਮਣਾ ਸਾਗ ਵੀ ਭੱਜ ਖੜੇ। ਸਭੋ ਭੱਜੇ ਆਸਰਾ ਚੂਕੇ ਸਭ ਅਸਰਾਓ। ਚਿਤ ਆਵੇ ਉਸ ਪਾਰ ਬ੍ਰਹਮ ਲੱਗੇ ਨਾ ਤਤੀ ਵਾਓ। ਜੇ ਉਸ ਮੌਕੇ ਵੀ ਚੇਤੇ ਕਰ ਲਈਏ ਤੇ ਤਤੀ ਨਹੀਂ ਲੱਗਦੀ। ਹੁਣ ਪੰਜਾਂ ਪਾਂਡਵਾਂ ਨੇ ਤੇ ਬੀਬੀ ਨੂੰ ਹਰਾ ਦਿੱਤਾ, ਉਹ ਤੁਹਾਨੂੰ ਕਹਿ ਕੁਝ ਨਹੀਂ ਸਕਦੇ। ਉਥੇ ਭਾਈ ਗੁਰਦਾਸ ਕਹਿੰਦੇ ਨੇ, ਬੀਬੀ ਨੇ ਕੀ ਕੀਤਾ? ਅੱਖਾਂ ਮੀਟ ਧਿਆਨ ਧਰ, ਹਾਹਾ ਕ੍ਰਿਸ਼ਨ ਕਰੇ ਬਿਲਾਂਦੀ। ਅੱਖਾਂ ਮੀਟ ਕੇ ਕੇਵਲ ਤੇ ਕੇਵਲ ਇੱਕ ਵਾਹਿਗੁਰੂ ਦਾ ਧਿਆਨ ਕੀਤਾ। ਕੱਪੜ ਕੋਟ ਅਸਾਰਿਆਂ ਨ ਥੱਕੇ ਦੂਤ ਨਾ ਪਾਰ ਵਸਾਂਦੀ। ਨਾਥ ਨਾਥਾਂ ਬਾਣ ਧੁਰਾਂ ਦੀ। ਕੱਪੜੇ ਲਾਉਣ ਵਾਲੇ ਥੱਕੇ, ਪਰ ਕੱਪੜੇ ਦੇਣ ਵਾਲਾ ਨਾ ਥੱਕਿਆ। ਇਹਦੇ ਚੋਂ ਰਿਜ਼ਲਟ ਇਹ ਨਿਕਲਦਾ, ਜਦੋਂ ਅਸੀਂ ਆਬਾਦ ਕਰਦੇ, ਅਸੀਂ ਮਨ ਇਕਾਗਰ ਕਰਕੇ ਕਰੀਏ, ਅਸੀਂ ਤਾਂ ਨਾਲੇ ਗੱਲਾਂ ਕਰੀ ਜਾਂਦੇ ਨਾਲੇ ਬਾਣੀ ਪੜ੍ਹੀ ਜਾਂਦੇ ਆ। ਭਾਈ ਲੱਖੂ ਜੀ ਬਾਬੇ ਪੁਰਾਣੇ ਵਾਸਤੇ ਉੱਥੇ ਦੁੱਧ ਲੈਣ ਗਏ ਨੇ। ਇੱਕ ਸਾਡਾ ਵਡੇਰਾ ਕੋਈ ਬਜ਼ੁਰਗ ਹੋਵੇਗਾ, ਉਹਦਾ ਨਾਂ ਨਹੀਂ ਲਿਖਿਆ ਇਤਿਹਾਸ ਵਿੱਚ। ਜਿਵੇਂ ਆਪਾਂ ਮੈਂ ਪਹਿਲਾਂ ਬੇਨਤੀ ਕੀਤੀ ਵੀ ਆਪਾਂ ਕਈ ਵਾਰ ਗੱਲ ਕਹਿਣ ਲੱਗਿਆ ਸੋਈ ਦੀ ਗੱਲ ਨੂੰ ਬੜੀ ਚੂਹੀ ਹੁੰਦੀ ਹੈ। ਕਹਿਣ ਲੱਗਾ ਵੇਖਣਾ ਚੰਗਾ ਭਲਾ ਜੱਟ ਤੇ ਧੱਕੇ ਖਾਂਦਾ ਫਿਰਦਾ ਹੀ। ਇੱਕ ਪੰਜਾਬੀ ਦੀ ਕਹਾਵਤ ਨੂੰ ਆਮ ਕਰਕੇ ਆਪਾਂ ਸਮਝਦੇ ਗੁਰਬਾਣੀ ਦੀ, ਪਰ ਗੁਰਬਾਣੀ ਦੀ ਨਹੀਂ, ਪ੍ਰਚਲਿਤ ਬੜੀ ਇਹ ਕਹਾਵਤ ਹੈ। ਸੰਤ ਕਾ ਬੋਲਿਆ ਸਹਿਜ ਸੁਭਾਏ, ਸੰਤ ਕਾ ਬੋਲਿਆ ਬਿਰਥਾ ਨਾ ਜਾਏ।
ਇਹ ਆਪਾਂ ਆਮ ਬੋਲਦੇ ਪਰ ਪੰਕਤੀ ਗੁਰਬਾਣੀ ਦੀ ਨਹੀਂ, ਇਹ ਕਹਾਵਤ ਹੈ। ਜਦੋਂ ਉਹਨੇ ਆਖਿਆ ਨੇ ਵੀ ਜੱਟ ਜ਼ਿਮੀਂਦਾਰ ਹੋ ਗਏ ਤੇ ਘਰਾਂ ਘਰਾਂ ਚੋਂ ਦੁੱਧ ਮੰਗਦਾ ਫਿਰਦਾ ਹੈ, ਤੇ ਭਾਈ ਲੱਖੂ ਨੇ ਆਖਿਆ ਮੈਂ ਮੰਗਦਾ, ਤੈਨੂੰ ਕਾਹਦਾ ਫਰੇਵਾ ਹੋ ਗਿਆ? ਮੰਗਦਾ ਤਾਂ ਮੈਂ ਆ, ਤੈਨੂੰ ਕਾਹਦਾ ਫਰੇਵਾ ਹੋ ਗਿਆ? ਔਰ ਗੁਰਮੁਖੋ ਦੇ ਖਾਨਦਾਨ ਵਿੱਚ ਜਦੋਂ ਵੀ ਕਿਸੇ ਦੀ ਮੌਤ ਹੁੰਦੀ ਤੇ ਉਹਨੂੰ ਅਫਰੇਵਾ ਹੋ ਕੇ ਉਹਦੀ ਮੌਤ ਹੁੰਦੀ। ਰੱਬ ਦੇ ਪਿਆਰਿਆਂ 'ਚ ਬਚਨਾਂ 'ਚ ਇੰਨੀ ਤਾਕਤ ਹੈ। ਇਸ ਵਜ੍ਹਾ ਕਰਕੇ ਉਹ ਜਗ੍ਹਾ ਬਣੀ ਸੀ ਜਿੱਥੇ ਭਾਈ ਲੱਖੂ ਨੇ ਬਚਨ ਕਹੇ ਵੀ ਮਿੱਤਰਾ ਤੈਨੂੰ ਕਿਹੜੀ ਫਾਈ ਲੱਗੀ, ਤੈਨੂੰ ਕਿਉਂ ਫਰੇਵਾ ਹੋਇਆ? ਸੇਵਾ ਮੈਂ ਕਰਦਾ। ਜਿਹੜਾ ਕਦੇ ਚੋਰ ਸੀ ਭਾਈ ਲੱਖੂ, ਬੇਨਤੀ ਕੀਤੀ ਕਿ ਸੰਤ ਕੋਲ ਆਉਣ ਦਾ ਕੀ ਮਤਲਬ ਹੈ? ਇਸ ਥਾਂ 'ਚ ਤਾਕਤ ਕੀ ਹੈ? ਜਿਹੜਾ ਕਦੇ ਲੋਕਾਂ ਦੇ ਗਲਾਂ 'ਚੋਂ ਗਹਿਣੇ ਲਾਉਂਦਾ ਸੀ ਨਾ ਭਾਈ ਪੁਰਾਣਾ ਭਾਈ ਲੱਖੂ, ਇਹੋ ਜਿਹਾ ਮਨ ਬਰਾਗ ਹੋ ਗਿਆ, ਉਹਨੇ ਆਪਣੀ ਰਹਿਸ਼ ਲਾਹੌਰ ਕਰਨ ਦੀ। ਭਾਈ ਗੁਰਦਾਸ ਲਿਖਦਾ ਹੈ, ਲੱਖੂ ਰਹਿ ਪਟੋਲੀਆ ਭਾਈ ਲੱਦਾ ਪਰੋ ਉਪਕਾਰੀ। ਭਾਈ ਲੱਖੂ ਨੇ ਦੇ ਵਿੱਚ ਲੋਕਾਂ ਵਿੱਚ ਬੜੀ ਚਰਚਾ ਚੱਲੀ ਵੀ ਬ੍ਰਹਮ ਗਿਆਨੀ ਹੈ, ਕਦੇ ਚੋਰ ਤੇ ਕਦੇ ਬ੍ਰਹਮ ਗਿਆਨੀ। ਆਪਾਂ ਭੂਰਿਆਂ ਦੇ ਬੈਠੇ ਆ ਨਾ, ਮੈਂ ਸਰਿਆਲੀ ਵੀ ਗੱਲ ਕਰਦਾ ਹੁੰਨਾ, ਇਹਨਾਂ ਦੋ ਪਿੰਡਾਂ ਦੇ ਨਾਮ ਨਾਲ ਲੱਗਦਾ ਸਨ, ਸਰਿਆਲੀ ਚੋਰਾਂ ਵਾਲੀ ਤੇ ਭੂਰੇ ਚੋਰਾਂ ਵਾਲੇ। ਪਰ ਦੋ ਨਗਰਾਂ ਵਿੱਚ ਮਹਾਂਪੁਰਸ਼ਾਂ ਦਾ ਜਨਮ ਹੋਇਆ। ਅੱਜ ਸਰਿਆਲੀ ਵੀ ਸੰਤਾਂ ਵਾਲੀ ਬਣ ਗਈ ਤੇ ਭੂਰੇ ਵੀ ਸੰਤਾਂ ਵਾਲੇ ਬਣ ਗਏ। ਇਹ ਜੇ ਸੰਤ ਵਿੱਚ ਤਾਕਤ, ਸਾਡੇ ਵਰਗੇ ਤਾਂ ਕਈ ਹੋ ਜਾਣੇ ਨੇ, ਕਈ ਹੋ ਗਏ, ਲੇਕਿਨ ਕਮਾਈ ਵਾਲੇ ਹੋਏ। ਬਾਬਾ ਤਾਰਾ ਸਿੰਘ ਮਹਾਂਪੁਰਸ਼ ਤੇ ਬਣ ਗਈ ਸਰਿਆਲੀ ਸੰਤਾਂ ਵਾਲੀ। ਕਮਾਈ ਵਾਲੇ ਸੰਤ ਹੋਏ ਸੰਤ ਬਾਬਾ ਕਰਤਾਰ ਸਿੰਘ ਜੀ, ਤੇ ਭੂਰੇ ਬਣ ਗਏ ਸੰਤਾਂ ਵਾਲੇ। ਸੰਤ ਕੁਨਾਂ ਦੱਸਦੇ ਨੇ ਪਰ ਸੰਤ ਮਿਲਦੇ ਥਾਂ ਥਾਂ ਤੇ ਨਹੀਂ। ਸੰਤ ਦੀ ਸੇਵਾ 'ਚ ਬੜੀ ਬਰਕਤ ਹੈ। ਲਾਹੌਰ ਸ਼ਹਿਰ ਦੀਆਂ ਬੀਬੀਆਂ ਨੇ ਇਹ ਮਨ ਵਿੱਚ ਭਾਵਨਾ ਰੱਖਣੀ ਵੀ ਅਸੀਂ ਭਾਈ ਲੱਖੂ ਨੂੰ ਪ੍ਰਸ਼ਾਦਾ ਛਕਾਉਣਾ। ਤੇ ਭਾਈ ਲੱਖੂ ਕਹਿੰਦਾ ਬੀਬਾ ਮੈਂ ਪ੍ਰਸ਼ਾਦਾ ਤਾਂ ਛਕਾਂਗਾ ਧੀਏ, ਪਰ ਜੇ ਜਪਜੀ ਸਾਹਿਬ ਦਾ ਪਾਠ ਮੂੰਹ ਜ਼ਬਾਨੀ ਸੁਣਾਵੇਂਗੀ ਫੇਰ ਛਕਾਂਗਾ ਪ੍ਰਸ਼ਾਦਾ। ਇਤਿਹਾਸ ਵਿੱਚ ਲਿਖਿਆ ਹੈ ਕਿ ਭਾਈ ਲੱਖੂ ਦੀ ਪ੍ਰੇਰਨਾ ਦੇ ਨਾਲ ਲਾਹੌਰ ਵਿੱਚ ਜਿੰਨੀਆਂ ਵੀ ਸਿੱਖ ਬੀਬੀਆਂ ਸਨ ਉਹਨਾਂ ਨੂੰ ਜਪਜੀ ਸਾਹਿਬ ਦਾ ਪਾਠ ਕੰਠ ਹੋ ਗਿਆ, ਜੋ ਲਿਖਿਆ ਇਤਿਹਾਸ ਵਿੱਚ। ਜਿਹੜਾ ਸੰਤ ਦਾ ਸਤਿਕਾਰ ਨਹੀਂ ਕਰਦਾ ਉਹਨੂੰ ਕਿੰਨਾ ਮਹਿੰਗਾ ਪੈਂਦਾ। ਪਹਿਲਾਂ ਤਾਂ ਗੱਲ ਸਤਿਕਾਰ ਦੀ ਨਾ, ਹੁਣ ਦੂਜੇ ਪਾਸੇ ਇੱਕ ਘੁਮਿਆਰ, ਉਹਨੇ ਆਪਣਾ ਆਵਾ ਜਿਹੜਾ ਸੀ ਉਹ ਪਕਾਉਣਾ ਸੀ, ਧੰਦਾ ਸੀ ਉਹਦਾ। ਤੇ ਗੁਰੂ ਪੰਜਵੇਂ ਪਾਤਸ਼ਾਹ ਕੋਲ ਆਇਆ ਤੇ ਕਹਿਣ ਲੱਗਾ ਮਹਾਰਾਜ ਮੈਂ ਆਵਾ ਆਪਣਾ ਆਵੇ ਦਾ ਕੰਮ ਕਰਦਾ, ਮੈਂ ਚਾਹੁੰਦਾ ਬਰਕਤ ਪੈ ਜਾਏ ਤੇ ਕਿਰਪਾ ਕਰੋ ਆਸ਼ੀਰਵਾਦ ਦਿਓ। ਗੁਰੂ ਪੰਚਮ ਪਾਤਸ਼ਾਹ ਕਹਿਣ ਲੱਗੇ ਗੁਰਮੁਖਾ ਬਾਣੀ ਕਹਿੰਦੀ ਵਿੱਚ ਸੰਗਤ ਹਰ ਪ੍ਰਭ ਵਸੇ ਜੀਓ। ਸੰਗਤ ਵਿੱਚ ਵਾਹਿਗੁਰੂ ਵਸਦਾ ਹੈ ਤੇ ਸੰਗਤ ਵਾਸਤੇ ਲੰਗਰ ਪ੍ਰਸ਼ਾਦ ਤਿਆਰ ਕਰ, ਉਹ ਅਰਦਾਸ ਕਰਨਗੇ ਬਰਕਤਾਂ ਪੈ ਜਾਣਗੀਆਂ। ਉਹਦਾ ਨਾਂ ਸੀ ਭਾਈ ਬੁੱਧੂ, ਜਿਹਦਾ ਆਵਾ ਸੀ। ਜਿਵੇਂ ਆਪਣੇ ਸ਼ਹਿਰਾਂ 'ਚ ਘਰ ਤੰਗ ਹੁੰਦੇ ਨੇ, ਸੰਗਤਾਂ ਨੂੰ ਉਹਨੇ ਨਿਉਤਾ ਦਿੱਤਾ, ਬੁਲਾਇਆ, ਪੰਗਤਾਂ ਲੱਗੀਆਂ। ਤੇ ਬਾਣੀ 'ਚ ਇਹ ਵੀ ਲਿਖਿਆ ਬੇਪਰਵਾਹ ਸਦਾ ਰੰਗ ਹਰ ਕੇ ਜਾਂ ਕੋ ਪਾਕ ਸੁਆਬੀ। ਬਾਣੀ 'ਚ ਇਹ ਵੀ ਲਿਖਿਆ ਪਰਵਾਹ ਨਾਹੀਂ ਕਿਸੇ ਕੇਰੀ ਬਾਹਰ ਸੱਚੇ ਨਾਏ। ਜਿਹੜੇ ਸਵਾਮੀ ਦੇ ਮਾਲਕ ਨੇ ਉਹ ਬੰਦਿਆਂ ਦੀ ਪਰਵਾਹ ਨਹੀਂ ਕਰਦੇ। ਜਿਹੜੇ ਪਰਵਾਹ ਕਰਦੇ ਨੇ ਅਜੇ ਉਹ ਸੰਤ ਨਹੀਂ ਬਣੇ। ਆਪਾਂ ਵੇਖਿਆ ਨਾ ਜਦੋਂ ਦਿੱਲੀ ਇੰਦਰਾ ਆਈ ਤੇ ਕਈਆਂ ਨੇ ਖੁਸ਼ਾਮਦ ਕੀਤੀ, ਗਿਆਨੀ ਜੈਲ ਸਿੰਘ ਵਰਗਿਆਂ ਨੇ, ਇੰਦਰਾ ਨੇ ਸਾਡੇ ਸਿੱਖਾਂ ਨਾਲ ਸਾਂਝ ਪਾ ਲਈ। ਤੇ ਸੰਤ ਬਾਬਾ ਕਰਤਾਰ ਸਿੰਘ ਕਹਿਣ ਲੱਗੇ ਜਿਹੜਾ ਸਿੱਖ ਉਹ ਗੈਰ ਨੂੰ ਧੀ ਦਿੰਦਾ ਹੀ ਨਹੀਂ। ਔਰ ਪੰਕਤੀਆਂ ਪੜੀਆਂ, ਕੰਨਿਆ ਦੇਵੇ ਸਿੱਖੋ ਲੇਵੇ ਨਾ ਹੀ ਧਾਮ, ਸੋਈ ਮੇਰਾ ਸਿੱਖ ਹੋਏ ਪਹੁੰਚੇ ਮੇਰੇ ਧਾਮ। ਜਦ ਕਿ ਲੱਖਾਂ ਦਾ ਕੱਢ ਸੀ ਪਰ ਸੰਤ ਬਾਬਾ ਕਰਤਾਰ ਸਿੰਘ ਨੇ, ਭੋਰਾ ਜੀ ਨੇ ਉਹਨਾਂ ਦੀ ਪਰਵਾਹ ਨਹੀਂ ਕੀਤੀ। ਜਿਹੜਾ ਸੰਤ ਹੈ ਨਾ, ਮੈਂ ਨਹੀਂ ਕਹਿੰਦਾ, ਬਾਣੀ ਕਹਿੰਦੀ ਪਰਵਾਹ ਨਾਹੀਂ ਕਿਸੇ ਕੇਰੀ ਬਾਦ ਸੱਚੇ ਨਾਏ। ਕਿਉਂ? ਜਾਂ ਤੂੰ ਮੇਰੇ ਵੱਲ ਹੈ ਤਾਂ ਕਿਆ ਮੁਸ਼ੰਦਾ, ਤੂੰ ਸਭ ਕੁਛ ਮੈਨੂੰ ਸੌਂਪਿਆ ਜਾਂ ਤੇਰਾ ਬੰਦਾ। ਲਖਮੀ ਟੋਟ ਨਾ ਆਵੇ ਖਰਚ ਰਹੰਦਾ, ਲੱਖ 84 ਮੇਦਨੀ ਸਭ ਸੇਵ ਕਰੰਦਾ। ਇਹ ਵੈਰੀ ਮਿੱਤਰ ਸਭ ਕੀਤਿਆਂ ਨੇ ਮੰਗੇ ਮੰਦਾ, ਲੇਖਾ ਕੋਈ ਨਾ ਪੁੱਛਈ ਜਾਂ ਹਰ ਬਖਸ਼ੰਦਾ।
ਸੰਗਤ ਬਹੁਤੀ ਹੋਣ ਕਰਕੇ ਉਹਨਾਂ ਕੁੰਡਾ ਲਾ ਲਿਆ। ਭਾਈ ਲੱਖੂ ਨੇ ਕੁੰਡਾ ਖੜਕਾਇਆ, ਗੁਰਮੁਖੋ ਮੈਂ ਵੀ ਪ੍ਰਸ਼ਾਦਾ ਛਕਣਾ ਹੈ। ਕਹਿਣ ਲੱਗੇ ਕਿਉਂ ਕਾਹਲਾ ਪੈਣਾ? ਉਧਰ ਅੰਦਰ ਵਾਲੇ ਗੁਰਮੁਖਾਂ ਨੇ ਅਰਦਾਸ ਕੀਤੀ, ਪਾਤਸ਼ਾਹ ਭਾਈ ਬੁੱਧੂ ਨੇ ਸੰਗਤ ਦਾ ਲੰਗਰ ਕੀਤਾ, ਇਹਦਾ ਆਵਾ ਖੋਲਣਾ ਤੇ ਕਰੋ ਕਿਰਪਾ, ਚੰਗੀ ਤਰ੍ਹਾਂ ਪੱਕ ਜਾਏ। ਤੇ ਭਾਈ ਲੱਖੂ ਨੇ ਆਖਿਆ ਨਹੀਂ ਜੇ ਪੱਕਣਾ। ਅੰਦਰ ਕਹਿੰਦੇ ਨੇ ਆਵਾ ਪੱਕ ਜੇ। ਅਰਦਾਸ ਕਰਨ ਵਾਲੇ ਅਰਦਾਸ ਕੀਤੀ, ਮਹਾਰਾਜ ਭਾਈ ਬੁੱਧੂ ਦਾ ਆਵਾ ਪੱਕ ਜਾਏ। ਤੇ ਭਾਈ ਲੱਖੂ ਨੇ ਆਖਿਆ ਨਹੀਂ ਜੇ ਪੱਕਣਾ। ਹੋਇਆ ਕਿ ਸੰਗਤਾਂ ਨੇ ਪ੍ਰਸ਼ਾਦਾ ਪਾਣੀ ਛਕਿਆ। ਭਾਈ ਬੁੱਧੂ ਨੇ ਜਾ ਕੇ ਜਦੋਂ ਆਪਣਾ ਆਵਾ ਖੋਲਿਆ ਤੇ ਪਿੱਲੀਆਂ ਇੱਟਾਂ, ਤੇ ਆਪਾਂ ਜਦੋਂ ਕੋਈ ਵੀ ਕੰਮ ਕਰਦੇ ਭੈਣਾਂ ਭਰਾਵਾਂ ਦੇ ਕੋਲੋਂ ਉਧਾਰੇ ਸੁਧਾਰੇ ਪੈਸੇ ਲੈ ਲਏ। ਭਾਈ ਬੁੱਧੂ ਦੀ ਖਾਨਿਓ ਗਈ, ਅੰਮ੍ਰਿਤਸਰ ਸਾਹਿਬ ਆਇਆ ਤੇ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਨੂੰ ਕਹਿਣ ਲੱਗਾ, ਪਾਤਸ਼ਾਹ ਮੈਂ ਆਵਾ ਚਾੜ੍ਹਨ ਲੱਗਿਆ ਤੁਹਾਨੂੰ ਬੇਨਤੀ ਕੀਤੀ ਸੀ, ਤੁਸਾਂ ਹੁਕਮ ਕੀਤਾ ਸੀ ਕਿ ਗੁਰਮੁਖਾਂ ਸੰਗਤਾਂ ਨੂੰ ਲੰਗਰ ਛਕਾ। ਮੈਂ ਆਪਣੇ ਵੱਲੋਂ ਸੰਗਤਾਂ ਦੀ ਯਥਾਯੋਗ ਸੇਵਾ ਕੀਤੀ, ਪਰ ਆਵਾ ਕੱਚਾ ਰਹਿ ਗਿਆ। ਕਹਿਣ ਲੱਗੇ ਕਿਸੇ ਗੁਰਸਿੱਖ ਨੇ ਕੋਈ ਭਜਨ ਤਾਂ ਨਹੀਂ ਕਿਹਾ? ਕਹਿੰਦਾ ਜੀ ਜਿਹੜਾ ਉਹ ਤੁਹਾਡੇ ਸੇਵਕ ਭਾਈ ਲੱਖੂ ਹੈ ਨਾ, ਮਸਤਾਨਾ ਜਿਹਾ ਮਨਾਵੇਂ ਵਾਲਾ, ਜਿਹਦਾ ਪਟੋਲੀਏ ਘਰ ਹੈ, ਉਹਨੇ ਆਖਿਆ ਸੀ ਨਹੀਂ ਜੇ ਪੱਕਣਾ ਕੱਚਾ ਰਹੇਗਾ। ਤੇ ਸਤਿਗੁਰੂ ਪਾਤਸ਼ਾਹ ਨੇ ਉੱਥੇ ਪੰਕਤੀਆਂ ਪੜੀਆਂ, ਕਹਿੰਦੇ ਮੇਰੀ ਬਾਂਦੀ ਭਗਤ ਛਡਾਵੈ, ਬਾਂਦੀ ਭਗਤ ਨਾ ਛੂਟੇ ਮੋਹ ਹੈ, ਏਕ ਸਮੇਂ ਮੋਹ ਕੋ ਗਏ ਬਾਂਧੇ, ਤੌਫਨ ਮੋਹ ਪੇ ਜਵਾਬ ਨਾ ਹੋਏ। ਮੇਰੀ ਬੱਧੀ ਨੂੰ ਭਗਤ ਛਡਾ ਸਕਦਾ ਹੈ, ਲੇਕਿਨ ਭਗਤਾਂ ਦੇ ਬਚਨਾਂ ਨੂੰ ਮੈਂ ਨਹੀਂ ਟਾਲ ਸਕਦਾ। ਗੁਰਮੁਖਾ ਤੂੰ ਆਨਾ ਪਿੱਲੀਆਂ ਹੋ ਗਈਆਂ, ਤੇਰਾ ਰੰਗ ਪੀਲਾ ਹੋ ਗਿਆ, ਰਹਿਣਗੀਆਂ ਪਿੱਲੀਆਂ ਦੀਆਂ ਪਿੱਲੀਆਂ, ਪਰ ਤੇਰਾ ਘਾਟਾ ਪੂਰਾ ਕਰਦੇ ਨੇ ਪੱਕਿਆਂ ਦੇ ਭਾਅ ਵਿਗੜ ਗਈਆਂ। ਐਤਕੀ ਮੀਂਹ ਬੜਾ ਪੈਣਾ, ਬਾਦਸ਼ਾਹ ਦੇ ਕਿਲੇ ਦੀ ਕੰਧ ਢਹਿ ਜਾਣੀ ਹੈ, ਉਹਨਾਂ ਨੂੰ ਇੱਟਾਂ ਚਾਹੀਦੀਆਂ। ਤੇ ਗੁਰਮੁਖਾ ਉਸੇ ਭਾਅ ਵਿਗਣਗੀਆਂ, ਪਰ ਅਸੀਂ ਆਪਣੇ ਪਿਆਰਿਆਂ ਦੇ ਬਚਨ ਮੋੜ ਨਹੀਂ ਹੋ ਸਕਦੇ। ਇਹ ਲਾਗ ਐਸ ਥਾਂ ਤੋਂ ਲੱਗੀ ਜੇ ਭਾਈ ਪੁਰਾਣੇ ਦੀ ਜਗ੍ਹਾ ਤੋਂ ਉਸ ਗੁਰੂ ਸਿੱਖ ਨੂੰ। ਆਪਾਂ ਸਾਰੇ ਜਣੇ ਸ਼ੁਰੂ ਤੋਂ ਲੈ ਕੇ ਜਦੋਂ ਤੋਂ ਆਪਣਾ ਜਨਮ ਹੋਇਆ, ਇਹਨੂੰ ਆਪਾਂ ਡੇਰਾ ਕਹਿੰਦੇ, ਬਾਬਾ ਡੇਰਾ ਕਹਿੰਦੇ ਆ। ਤੁਹਾਡੇ ਚ ਕੋਈ ਗੁਰਮੁਖ ਪਿਆਰਾ ਕਹਿ ਸਕਦਾ ਵੀ ਭਾਈ ਸਾਹਿਬ ਫਿਰ ਇਹਨੂੰ ਬਾਬਾ ਡੇਰਾ ਕਿਉਂ ਕਹਿੰਦੇ ਨੇ, ਇਹ ਨਾਂ ਕਿਉਂ ਚੱਲਿਆ? ਇਹਦਾ ਕਾਰਨ ਇਹ ਹੈ, ਇਹ ਆਪਾਂ ਸਾਰੇ ਜਾਣਦੇ। ਹੁਣ ਤਾਂ ਸ਼ਾਇਦ ਉਹ ਜਿਹੜੀ ਡਿਫੈਂਸ ਲਾਈਨ ਕਰਕੇ ਪਾਣੀ ਨਾ ਆਉਂਦਾ ਹੋਵੇ, ਪਰ ਉਸ ਡਿਫੈਂਸ ਲਾਈਨ ਤੋਂ ਪਹਿਲਾਂ ਮੈਨੂੰ ਚੰਗੀ ਤਰ੍ਹਾਂ ਸੰਭਾਲੇ, ਕਿਉਂਕਿ ਮੈਂ ਵੀ ਤੁਹਾਡੇ ਪਿੰਡ ਦਾ ਮੇਰਾ ਜਨਮ ਹੈ। ਜਿਵੇਂ ਰੋਈ ਵਹਿੰਦੀ ਇਸ ਤਰ੍ਹਾਂ ਇੱਥੋਂ ਪਾਣੀ ਲੰਘਦਾ ਸੀ, ਇਹ ਮੈਂ ਅੱਖਾਂ ਨਾਲ ਵੇਖਿਆ। ਇਹ ਥਾਂ ਨਿਵਾਨ ਹੋਣ ਕਰਕੇ ਮੈਂ ਪਹਿਲਾਂ ਬੇਨਤੀ ਕੀਤੀ, ਉਦੋਂ ਨਲਕੇ ਨਹੀਂ ਸਨ, ਉਦੋਂ ਖੂਹ ਨਹੀਂ ਸਨ, ਉਦੋਂ ਪਾਣੀ ਦਾ ਆਸਰਾ ਲੈ ਕੇ ਸਾਡੇ ਵਡੇਰੇ ਗੁਜ਼ਾਰਾ ਕਰਦੇ, ਜਿਹੜੇ ਜਿਨ੍ਹਾਂ ਨੂੰ ਅੱਜ ਕੱਲ੍ਹ ਆਪਾਂ ਖਾੜਕੂ ਸਿੰਘ ਕਹਿ ਦਿੰਦੇ ਆ, ਜਿਹੜੇ ਮਾਰਸ਼ਲ ਸਿੰਘ ਸਨ, ਉਹਨਾਂ ਦੀ ਇਹ ਪਨਾਹਗੀਰ ਸੀ। ਇਸ ਥਾਂ ਤੇ ਉਹਨਾਂ ਦਾ ਪੜਾ ਸੀ, ਜਿਹਨੂੰ ਅਸੀਂ ਡੇਰਾ ਕਹਿ ਦਿੰਦੇ। ਇਸ ਥਾਂ ਤੇ ਉਹਨਾਂ ਸਾਡੇ ਵਡੇਰਿਆਂ ਪੰਥਕ ਆਗੂਆਂ ਦਾ ਡੇਰਾ ਹੋਣ ਕਰਕੇ ਇਹਨੂੰ ਅਸੀਂ ਡੇਰਾ ਸਾਹਿਬ ਕਹਿੰਦੇ ਆ। ਕਿਉਂ? ਇਸ ਨਗਰ ਦੇ ਪਾਸੇ ਚੌਂ ਪਾਸੇ ਇਤਿਹਾਸ ਹੈ। ਇਹ ਨਹੀਂ ਵੀ ਮੈਂ ਬਾਬਾ ਅਵਤਾਰ ਸਿੰਘ ਦੀ ਕੋਈ ਖੁਸ਼ਾਮਦ ਕਰ ਰਿਹਾ। ਇਹਨਾਂ ਨੂੰ ਗੁਰੂ ਪਾਤਸ਼ਾਹ ਨੇ ਡਿਊਟੀ ਲਾਈ ਤੇ ਸਾਡੇ ਇਤਿਹਾਸਕ ਜਗ੍ਹਾ ਕਈ ਪ੍ਰਗਟ ਹੋ ਗਈਆਂ। ਸਾਡੇ ਇਲਾਕੇ ਦਾ ਇੰਨਾ ਜ਼ਿਆਦਾ ਇਤਿਹਾਸ ਹੈ ਵੀ ਸਾਨੂੰ ਖੁਦ ਨੂੰ ਪਤਾ ਨਹੀਂ। ਬਾਬਾ ਜਰਨੈਲ ਸਿੰਘ ਅਕਾਲ ਤਖਤ ਇਤਿਹਾਸ ਲੈ ਕੇ ਗਿਆ, ਤੇ ਕਈ ਜਿਹੜੇ ਚਿਮਚੇ ਨੇ ਸਰਕਾਰ ਦੇ ਰੌਲਾ ਪਾਈ ਜਾਂਦੇ ਨੇ, ਇਹ ਮਨਮਤ ਹੈ। ਉੱਥੇ ਇਤਿਹਾਸ ਲੈ ਕੇ ਕਿਉਂ ਗਿਆ? ਮੈਂ ਰੋਜ਼ਾਨਾ ਕਥਾ ਵਿੱਚ ਜ਼ਿਕਰ ਕਰਦਾ, ਖੇਮ ਕਰਨ ਦਾ ਬਾਬਾ ਮੋਹਰੀ ਸਾਡਾ ਵਡੇਰਾ। ਬਾਬੇ ਮੋਹਰੀ ਨੇ ਧੰਨ ਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਨੂੰ ਸਭ ਤੋਂ ਪਹਿਲੀ ਭੇਟ ਜਿਹੜੀ ਤੋਪ ਭੇਟ ਕੀਤੀ ਹੈ। ਜੇ ਭਾਈ ਅਮਰੀਕ ਸਿੰਘ ਖਾੜਕੂ ਬਣਿਆ ਨਾ, ਉਹਦਾ ਮੇਨ ਕਾਰਨ ਉਹਦੇ ਅੰਦਰ ਖੂਨ ਹੈ। ਸਭ ਤੋਂ ਪਹਿਲੀ ਤੋਪ ਬਾਬਾ ਮੋਹਰੀ ਜੀ ਖੇਮ ਕਰਨ ਦੇ ਗੁਰਮੁਖ ਪਿਆਰੇ ਨੇ ਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਨੂੰ ਭੇਟ ਕੀਤੀ। ਅੱਜ ਮੈਂ ਸ਼ਾਮ ਨੂੰ ਚੋਲਾ ਸਾਹਿਬ ਕਥਾ ਕਰਨ ਜਾਣਾ ਹੈ। ਜਦੋਂ ਗੁਰੂ ਤੇਗ ਬਹਾਦਰ ਪਾਤਸ਼ਾਹ ਚੋਲਾ ਸਾਹਿਬ ਆਏ ਨਾ, ਉੱਥੇ 9 ਦਿਨ ਰਹੇ ਨੇ।
ਔਰ ਭਾਈ ਰਘਬਤ ਰਾਏ ਜਿਹੜੇ ਕਮੋਦ ਸਿੰਘ, ਭਾਈ ਅਜੀਤ ਸਿੰਘ ਜਾਂ ਸੁਜਾਨ ਸਿੰਘ ਸਨ, ਹੁਣ ਮੈਂ ਨਵੀਂ ਪੀੜ੍ਹੀ ਨੂੰ ਜਾਣਦਾ ਨਹੀਂ, ਇਹਨਾਂ ਦਾ ਵਡੇਰਾ ਰਘਬਤ ਰਾਏ ਨਿੱਜਰ ਉਹਦੀ ਗੋਦ ਸੀ। ਉਹ ਗੁਰੂ ਪਾਤਸ਼ਾਹ ਨੂੰ ਬੇਨਤੀ ਕਰਕੇ ਖੇਮਕਰਨ ਲਿਆਇਆ ਔਰ ਧੰਨ ਗੁਰੂ ਤੇਗ ਬਹਾਦਰ ਪਾਤਸ਼ਾਹ ਮਹਾਰਾਜ ਇਸ ਖੇਮਕਰਨ ਨਗਰ ਦੇ ਵਿੱਚ ਰਘਬਤ ਰਾਏ ਨਿੱਜਰ ਦੇ ਬੇਨਤੀ ਕਰਨ ਤੇ 9 ਦਿਨ ਰਹੇ। ਇਸ ਖੇਮਕਰਨ ਨਗਰ ਦੇ ਵਿੱਚ ਜਿਹਦੇ ਗੁਰੂ ਅਮਰਦਾਸ ਪਾਤਸ਼ਾਹ ਦੇ ਸਹੁਰਿਆਂ ਦਾ ਨਗਰ ਸੰਕਾਲੀਆ ਸੰਕਤਰਾ ਹੈ, ਉਹ ਅਮੀਰ ਸਨ। ਜਿਵੇਂ ਆਪਾਂ ਅੱਜ ਕੱਲ੍ਹ ਜਿਹੜੇ ਤਗੜੇ ਅਮੀਰ ਨੇ ਚੰਗੀਆਂ ਥਾਵਾਂ ਤੇ ਵਿਆਹ ਕਰਦੇ ਨੇ, ਇਹ ਥੰਮ ਸਾਹਿਬ ਵਾਲੀ ਥਾਂ ਤੇ ਧੰਨ ਗੁਰੂ ਅਮਰਦਾਸ ਪਾਤਸ਼ਾਹ ਮਹਾਰਾਜ ਦਾ ਵਿਆਹ ਖੇਮਕਰਨ ਨਗਰ ਵਿੱਚ ਹੋਇਆ। ਇਹ ਇਤਿਹਾਸ ਘਟਨਾ ਹੈ। ਇੱਕ ਜਗ੍ਹਾ ਅੱਜ ਅਲੋਪ ਹੋ ਗਈ, ਮੈਨੂੰ ਦੱਸਿਆ ਕਿਸੇ ਨੇ ਵੀ ਬਾਬਾ ਜੀ ਨੇ ਥਾਂ ਦੀ ਨਿਸ਼ਾਨਦੇਹੀ ਕੀਤੀ ਹੈ। ਮਾਨ ਕੋਸ਼ ਦੇ ਮੁਤਾਬਕ ਜੋ ਗਿਆਨੀ ਕਾਹਨ ਸਿੰਘ ਨਾਭਾ ਨੇ ਲਿਖਿਆ, ਉਸ ਥਾਂ ਤੇ ਜਿਹੜਾ ਠਾਣੇ ਦੀ ਬਾਈ ਵਾਲਾ ਗੇਟ ਹੈ, ਇਸ ਥਾਂ ਤੇ ਕਿਸੇ ਜ਼ਮਾਨੇ 'ਚ ਬਾਬੇ ਨਿਰਮਣਿਆਂ ਦਾ ਡੇਰਾ ਹੁੰਦਾ ਔਰ ਖੇਮਕਰਨ ਵਿੱਚ ਗੁਰੂ ਅਰਜਨ ਸੱਚੇ ਪਾਤਸ਼ਾਹ ਨੇ ਚਰਨ ਪਾਏ ਨੇ। ਇਹ ਵੀ ਮਾਨ ਕੋਸ਼ ਵਿੱਚੋਂ ਮੈਂ ਪੜ੍ਹਿਆ। ਅੱਜ ਉੱਥੇ ਨਿਸ਼ਾਨੀ ਕੋਈ ਨਹੀਂ। ਇਸ ਕਰਕੇ ਇਹ ਆਪਣਾ ਉਹ ਇਲਾਕਾ ਹੈ ਜਿੱਥੇ ਮਹਾਨ ਪੁਰਸ਼ ਭਾਈ ਪੁਰਾਣਾ ਜੀ ਨੇ ਬੰਦਗੀ ਕੀਤੀ, ਜਿੱਥੇ ਗੁਰਮੁਖ ਪਿਆਰੇ ਕੌਮੀ ਜਜ਼ਬਾਤੀ ਜਰਨੈਲ ਰਹੇ, ਜਿੱਥੇ ਧੰਨ ਗੁਰੂ ਅਮਰਦਾਸ ਪਾਤਸ਼ਾਹ ਮਹਾਰਾਜ ਨੇ ਚਰਨ ਪਾ ਕੇ ਇਸ ਧਰਤੀ ਨੂੰ ਮਾਣ ਬਖਸ਼ਿਆ। ਬਾਬਾ ਧਗਾਣਾ ਇਹ ਕੌਣ ਸੀ? ਇਹ ਵਿੱਚੋਂ ਗੱਲ ਹੈ ਚੱਲੀ ਸੀ। ਜਿਹੜੇ ਖੇੜੇ ਭਰਾ ਨੇ ਉੱਥੋਂ ਦੇ ਰਹਿਣ ਵਾਲੇ, ਇਹਨਾਂ ਦਾ ਵਡੇਰਾ ਇੱਕ ਬਾਬਾ ਖੇਡਾ ਹੋਇਆ। ਜਦੋਂ ਧੰਨ ਗੁਰੂ ਅਮਰਦਾਸ ਮਹਾਰਾਜ ਜੀ ਨੇ 22 ਗੁਰੂ ਘਰ ਦੇ ਪ੍ਰਚਾਰਕ ਨਿਯੁਕਤ ਕੀਤੇ, 52 ਬੀਬੀਆਂ ਨੂੰ ਪ੍ਰਚਾਰ ਵਾਸਤੇ ਨਿਯੁਕਤ ਕੀਤਾ, ਉਸ ਮੌਕੇ ਭਾਈ ਖੇਡਾ ਜਿਹੜਾ ਖੇਮ ਕਰਦਾ ਸੀ, ਗੁਰੂ ਪਾਤਸ਼ਾਹ ਨੇ ਉਹਨੂੰ ਗੁਰੂ ਘਰ ਦਾ ਪ੍ਰਚਾਰਕ ਨਿਯੁਕਤ ਕੀਤਾ। ਇਹ ਦੁਖਾਂਤ ਦੀ ਗੱਲ ਹੈ। ਉਹਦਾ ਕਿਸੇ ਨੇ ਚਿੰਨ੍ਹ ਨਹੀਂ ਸਾਂਭ ਕੇ ਰੱਖਿਆ, ਉਹਦਾ ਕੋਈ ਇਤਿਹਾਸ ਨਹੀਂ, ਕੋਈ ਕਿਸੇ ਪ੍ਰਕਾਰ ਕੋਈ ਚਿੰਨ੍ਹ ਨਹੀਂ, ਕੋਈ ਕਿਸੇ ਨੇ ਉਹਦੀ ਯਾਦਗਾਰ ਨਹੀਂ ਬਣਾਈ। ਉਹ ਵੀ ਖੇਮ ਕਰਨ ਦਾ ਗੁਰਮੁਖ ਪਿਆਰਾ ਹੋਇਆ। ਇਸੇ ਪ੍ਰਕਾਰ ਇਹ ਗੁਰਮੁਖ ਪਿਆਰਾ ਜਿਹਦਾ ਨਾਮ ਭਾਈ ਚੈਨਾ ਜੀ ਸੀ, ਜਜ਼ਬਾਤੀ ਹੋ ਗਿਆ। ਕਈ ਸਾਖੀਆਂ ਮਿਲਦੀਆਂ ਨੇ ਜਿਹਦਾ ਕਈ ਉਲਝ ਜਾਂਦੇ ਨੇ ਵੀ ਕਿਵੇਂ ਹੋ ਸਕਦਾ ਹੈ। ਉਹ ਗਰੀਬ ਸੀ ਔਰ ਉਹਦੇ ਮਨ ਦੀ ਭਾਵਨਾ ਸੀ ਵੀ ਗੁਰੂ ਪਾਤਸ਼ਾਹ ਕਿਤੇ ਗਰੀਬ ਦੇ ਘਰ ਵੀ ਚਰਨ ਪਾਉਣ। ਕਾਰਨ ਕੀ? ਜਦੋਂ ਗੁਰੂ ਪਾਤਸ਼ਾਹ ਰਘਬਤ ਰਾਏ ਦੇ ਕਹਿਣ ਤੇ ਉਹਨਾਂ ਦੇ ਘਰ ਦੇ, ਉਹ ਰਘਬਤ ਰਾਏ ਬੜਾ ਅਮੀਰ ਸੀ। ਜਿਹੜਾ ਭਾਈ ਚੈਨਾ ਸੀ ਇਹ ਗਰੀਬ ਸੀ। ਇਹਨੇ ਮਨ ਹੀ ਮਨ ਵਿੱਚ ਅਰਦਾਸ ਕੀਤੀ, ਮਹਾਰਾਜ ਮੈਂ ਤਾਂ ਸੁਣਿਆ ਸੀ ਵੀ ਤੂੰ ਭਿਲਨੀ ਦੇ ਝੂਠੇ ਬੇਰ ਖਾਧੇ, ਮੈਂ ਸੁਣਿਆ ਸੀ ਵੀ ਤੂੰ ਬਿਦਰ ਦਾ ਲੂਣਾ ਸਾਗ ਖਾਧਾ, ਮੈਂ ਸੁਣਿਆ ਤੂੰ ਬੇਬੇ ਨਾਨਕੀ ਦੀ ਪੱਕੀ ਰੋਟੀ ਵਾਸਤੇ ਮਦੀਨਿਓਂ ਚੱਲ ਕੇ ਆਇਓ, ਮੈਂ ਇਹ ਵੀ ਸੁਣਿਆ 5ਵੇਂ ਜਾਮੇ 'ਚ ਭਾਈ ਸਾਧੂ ਦੇ ਘਰ ਚਰਨ ਪਾਏ ਸਨ। ਉਹਦੀ ਬੇਨਤੀ ਨੂੰ ਮੰਨ ਕੇ ਮੈਂ ਗਰੀਬ ਹਾਂ ਤੇ ਕਿਤੇ ਗਰੀਬ ਦੇ ਘਰ ਵੀ ਰੋਟੀ ਖਾ, ਪਰ ਮੈਂ ਬਹੁਤੇ ਸਿੰਘਾਂ ਨੂੰ ਸਿੱਖਾਂ ਨੂੰ ਸੰਭਾਲ ਨਹੀਂ ਸਕਦਾ। ਉਹਦੀ ਬੇਨਤੀ ਮੰਨ ਕੇ ਭਾਈ ਚੈਨੇ ਦੀ ਸਤਿਗੁਰੂ ਪਾਤਸ਼ਾਹ ਇਸ ਥਾਂ ਤੇ ਆਏ ਤੇ ਜਿਹਨੂੰ ਆਪਾਂ ਕਹਿੰਦੇ ਉਪਨਾਮ ਨਿਕਨੇਮ ਨਾਮ, ਉਹਨੂੰ ਕਹਿਣ ਲੱਗੇ, ਭਾਈ ਚੈਨਿਆ ਤੂੰ ਤਾਂ ਬੜਾ ਧੰਗਿਓ ਜੋਰੀ ਕਰਦਾ, ਤੂੰ ਧਗਾਣਾ ਹੋਇਓ। ਉਸ ਤਾਂ ਤੂੰ ਉਸ ਭਾਈ ਚੈਨੇ ਦਾ ਨਾਮ ਭਾਈ ਧਗਾਣਾ ਪਿਆ, ਉਹਦਾ ਮੇਨ ਨਾਮ ਧਗਾਣਾ ਹੈ। ਲੇਕਿਨ ਕਹਿਣ ਲੱਗੇ ਤੂੰ ਜੋਰਾਵਰੀ ਕਰਕੇ ਸਾਨੂੰ ਬੁਲਾਇਆ ਤੇ ਗੁਰਮੁਖਾ ਤੂੰ ਭਾਈ ਧਗਾਣਾ ਹੈ। ਇਹ ਵੀ ਇਸ ਥਾਂ ਦਾ ਇਤਿਹਾਸ ਹੈ। ਤੋ ਸਤਿਗੁਰੂ ਪਾਤਸ਼ਾਹ ਸਾਡੇ ਤੇ ਕਿਰਪਾ ਕਰਨ, ਤੁਸੀਂ ਵਡੇਰਿਆਂ ਨੂੰ ਚੇਤੇ ਕੀਤਾ। ਆਪਾਂ ਤਾਂ ਚੇਤੇ ਕਰਦੇ ਹਾਂ ਕਿਉਂਕਿ ਬਾਣੀ ਕਹਿੰਦੀ ਬਬਾਣੀਆਂ ਕਹਾਣੀਆਂ ਪੁੱਤ ਸਪੁੱਤ ਕਰੇਨ। ਬਜ਼ੁਰਗਾਂ ਦੇ ਕਾਰਨਾਮਿਆਂ ਨੂੰ ਚੇਤੇ ਕਰਕੇ ਅਸੀਂ ਉਹਨਾਂ ਵਰਗੇ ਬਣਨ ਦਾ ਯਤਨ ਕਰਨਾ ਹੈ। ਸੋ ਇਸ ਕਾਰਨ ਕਰਕੇ ਤੁਸੀਂ ਜਿਹੜਾ ਇਹ ਉਪਰਾਲਾ ਕੀਤਾ ਹੈ ਬੜਾ ਚੰਗਾ ਹੈ। ਸਤਿਗੁਰੂ ਪਾਤਸ਼ਾਹ ਸਾਡੇ ਤੇ ਰਹਿਮਤਾਂ ਕਰਨ, ਕਿਰਪਾ ਕਰਨ। ਤੇ ਮੈਂ ਗ੍ਰੰਥੀ ਹੋਣ ਦੇ ਨਾਤੇ ਗੁਰੂ ਪਾਤਸ਼ਾਹ ਦੇ ਚਰਨਾਂ 'ਚ ਅਰਦਾਸ ਬੇਨਤੀ ਕਰਾਂਗਾ, ਕਿਉਂਕਿ ਮੇਰਾ ਬਾਪ ਵਿਚਾਰਾ ਅਨਪੜ੍ਹ ਸੀ ਤੇ ਉਹਨੇ ਆਮ ਸਾਡੇ ਘਰ ਵਿੱਚ ਗੱਲ ਕਰਨੀ, ਸਾਡਾ ਬਾਬਾ ਤਾਲ ਸਿੰਘ ਬੜਾ ਪੁੱਜਾ ਭਾਂਡਾ ਹੈ। ਮੇਰਾ ਬਾਪ ਅਨਪੜ੍ਹ ਸੀ ਨਾ, ਉਹਨੇ ਕਹਿਣਾ ਬਾਬਾ ਤਾਰ ਸਿੰਘ ਸਾਡਾ ਪੁੱਜਾ ਭਾਂਡਾ ਹੈ। ਤੇ ਉਹ ਪੁੱਜੇ ਭਾਂਡੇ ਮੇਰੇ ਸਾਹਮਣੇ ਬੈਠੇ ਨੇ, ਉਹ ਬਜ਼ੁਰਗ ਸਨ। ਮੈਂ ਉਹਨਾਂ ਦਾ ਬੱਚਾ ਹੋਣ ਦੇ ਨਾਤੇ ਆਪਣੇ ਗੁਰੂ ਪਾਤਸ਼ਾਹ ਨੂੰ ਬੇਨਤੀ ਕਰਦਾ, ਪਾਤਸ਼ਾਹ ਇਹ ਸਾਡੇ ਆਪਣੇ ਨੇ, ਇਹ ਚਿੱਟੇ ਕੱਪੜੇ ਪਾਉਂਦੇ ਨੇ, ਇਹ ਤੂੰ ਰਹਿਮਤ ਕਰੀ, ਇਹਨਾਂ ਦੇ ਚਿੱਟੇ ਕੱਪੜੇ ਨੂੰ ਦਾਗ ਨਾ ਲੱਗੇ, ਇੱਥੇ ਤੇ ਉੱਥੇ ਇਹਨਾਂ ਦੀ ਪੱਤ ਰੱਖੀ। ਇਹ ਮੈਂ ਸਤਿਗੁਰੂ ਗ੍ਰੰਥ ਸੱਚੇ ਪਾਤਸ਼ਾਹ ਦੇ ਚਰਨਾਂ 'ਚ ਅਰਦਾਸ ਬੇਨਤੀ ਕਰਦਾ। ਗੁਰੂ ਗ੍ਰੰਥ ਸੱਚੇ ਪਾਤਸ਼ਾਹ ਸਾਡੇ ਸਾਰਿਆਂ ਤੇ ਰਹਿਮਤਾਂ ਕਰਨ। ਆਪਾਂ ਆਪਣੇ ਬਜ਼ੁਰਗਾਂ ਤੋਂ ਪ੍ਰੇਰਨਾ ਲਈਏ ਜਿਨ੍ਹਾਂ ਨੇ ਇੰਨਾ ਕੁਝ ਕੀਤਾ।
ਜਦੋਂ ਕਿਤੇ 84 ਦੀ ਗੱਲ ਆਉਂਦੀ ਹੈ, ਉਦੋਂ ਭਾਈ ਅਮਰੀਕ ਸਿੰਘ ਦਾ ਨਾਂ ਲੈਂਦੇ ਸਾਡਾ ਸਿਰ ਚੜ੍ਹ ਜਾਂਦਾ। ਉਹ ਵੀ ਇਸ ਪਿੰਡ ਦੇ ਸਨ। ਲੇਕਿਨ ਇਹਦੇ ਨਾਲ ਮੈਂ ਇੱਕ ਸਾਂਝੀ ਗੱਲ ਕਰਾਂ, ਭਾਵੇਂ ਕੋਈ ਗਰੀਬ ਹੈ ਤੇ ਭਾਵੇਂ ਅਮੀਰ ਹੈ, ਮਾਂ ਵਾਸਤੇ ਸਾਰੇ ਇੱਕੋ ਜਿਹੇ ਨੇ। ਆਪਣੇ ਪਿੰਡ ਚੋਂ ਹੋਰ ਵੀ ਗੁਰਮੁਖ ਪਿਆਰੇ ਭਾਈ ਕਾਰਜ ਸਿੰਘ, ਭਾਈ ਗੁਰਨਾਮ ਸਿੰਘ ਵਰਗੇ ਤੁਰੇ। ਮੈਂ ਆਪਣੇ ਪਿੰਡ ਦੇ ਭਰਾਵਾਂ ਨੂੰ ਬੇਨਤੀ ਕਰਾਂਗਾ, ਉਹਨਾਂ ਗੁਰਮੁਖਾਂ ਦੀਆਂ ਫੋਟੋਆਂ ਲਾ ਕੇ ਇੱਥੇ ਅਜਾਇਬ ਘਰ ਬਣਾਈਏ। ਉਹਨਾਂ ਦੀ ਡੇਟ ਆਫ ਬਰਥ, ਉਹਨਾਂ ਦੇ ਮਾਤਾ ਪਿਤਾ ਦਾ ਵੇਰਵਾ, ਕਿਉਂਕਿ ਆਪਾਂ ਤਾਂ ਵੇਖਿਆ, ਆਪਾਂ ਲਿਖ ਸਕਦੇ ਹਾਂ, ਲੇਕਿਨ ਆਉਣ ਵਾਲੀਆਂ ਪੀੜ੍ਹੀਆਂ ਉਹਨਾਂ ਨੂੰ ਯਾਦ ਕਰਕੇ ਮਾਣ ਕਰਨਗੀਆਂ ਕਿ ਸਾਡੇ ਪਿੰਡ ਵਿੱਚ ਇੰਨੇ ਚੰਗੇ ਮਹਾਂਪੁਰਖ ਸ਼ਹੀਦ ਹੋਏ ਨੇ। ਇਹ ਮੈਨੂੰ ਗਿਲਾ ਵੀ ਕੁਝ ਲੋਕਾਂ ਦੇ, ਜਿਹੜੇ ਆਪਣੇ ਘਰ ਤੱਕ ਸੀਮਿਤ ਨੇ, ਬਾਕੀਆਂ ਦਾ ਖਿਆਲ ਨਹੀਂ ਕਰਦੇ। ਆਪਣੀ ਮਾਂ ਵਾਸਤੇ ਸਾਰੇ ਅਮਰੀਕ ਸਿੰਘ ਨੇ, ਕੋਈ ਵੀ ਸ਼ਹੀਦ ਕੱਢ ਨਹੀਂ, ਭਾਵੇਂ ਉਹ ਕਾਰਜ ਸਿੰਘ ਨੇ, ਭਾਵੇਂ ਗੁਰਨਾਮ ਸਿੰਘ ਹੈ, ਭਾਵੇਂ ਕੁਲਵੰਤ ਸਿੰਘ ਹੈ। ਹੋ ਸਕਦਾ ਮੈਂ ਕਿਸੇ ਵੀਰ ਦਾ ਨਾਂ ਜਾਣਦਾ ਹਾਂ, ਉਹ ਸਾਰੇ ਪੂਜਣਯੋਗ ਨੇ। ਮੈਂ ਤੁਹਾਨੂੰ ਬੇਨਤੀ ਕਰਾਂ, ਉਹਨਾਂ ਆਪਣੇ ਸ਼ਹੀਦ ਭਰਾਵਾਂ ਦੀਆਂ, ਉਹਨਾਂ ਗੁਰਮੁਖਾਂ ਦੀਆਂ ਫੋਟੋਆਂ, ਉਹਨਾਂ ਦਾ ਇਤਿਹਾਸ ਜਿਹੜਾ ਉਹ ਆਪਾਂ ਜਿੱਥੇ ਵੀ ਤੁਹਾਨੂੰ ਚੰਗਾ ਲੱਗੇ ਉਸ ਥਾਂ ਤੇ ਉਹ ਆਜ਼ਾਦ ਕਰ ਬਣਾਈਏ, ਤਾਂ ਕਿ ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਉਹਨਾਂ ਤੋਂ ਪ੍ਰੇਰਨਾ ਲੈ ਕਰਕੇ ਆਪਣੇ ਜੀਵਨ ਨੂੰ ਸੇਧ ਦੇਣ। ਇਹ ਮੈਂ ਤੁਹਾਨੂੰ ਆਪਣਾ ਜਾਣ ਕੇ ਬੇਨਤੀ ਕਰਦਾ। ਭੁੱਲਾਂ ਚੁੱਕਾਂ ਦੀ ਮਾਫੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।